ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 49 ਤੇ ਹੇਠੋਂ ਦੂਸਰੀ ਪੰਕਤੀ ਹੈ। ਅੰਗ ਨੰਬਰ 49, ਕਿਉਂਕਿ ਸਿੱਖ ਧਰਮ ਦੇ ਸਫਾ ਨਹੀਂ ਕਿਹਾ ਜਾਂਦਾ, ਪੰਨਾ ਨਹੀਂ ਕਿਹਾ ਜਾਂਦਾ, ਪੇਜ ਨਹੀਂ ਕਿਹਾ ਜਾਂਦਾ, ਅੰਗ ਕਿਹਾ ਜਾਂਦਾ। ਅੰਗ ਨੰਬਰ 49 ਭਾਵ 49 ਸਫਾ। ਹੇਠੋਂ ਦੂਸਰੀ ਪੰਕਤੀ ਹੈ। ਕਿਤ ਮੁਖ ਗੁਰ ਸਲਾਹੀਐ ਕਰਨ ਕਾਰਨ ਸਮਰੱਥ ਸੇ ਮੱਥੇ ਨਿਹਚਲ ਰੇ ਜਿਨ ਗੁਰ ਧਰਿਆ ਹੱਥ ਗੁਰ ਅੰਮ੍ਰਿਤ ਨਾਮ ਪਿਆਲਿਆ ਜਨਮ ਮਰਨ ਕਾ ਪਥ ਗੁਰ ਪਰਮੇਸ਼ਰ ਸੇਵਿਆ ਪੈ ਭੰਜਨ ਦੁਖ ਲਥ। ਕਿਤ ਮੁਖ ਗੁਰ ਸਲਾਹੀਐ ਕਰਨ ਕਾਰਨ ਸਮਰੱਥ। ਉਹ ਗੁਰੂ ਜੋ ਕਰਨ ਕਰਾਉਣ ਦੇ ਸਮਰੱਥ ਹੈ, ਵੀ ਜੋ ਕਰਨਾ ਚਾਹੇ ਕਰ ਸਕਦੇ, ਜੋ ਕਿਸੇ ਤੋਂ ਕਰਾਉਣਾ ਚਾਹੇ ਕਰਾ ਸਕਦੇ ਹਾਂ, ਉਹ ਸਮਰੱਥ ਹੈ। ਉਸ ਨੂੰ ਕਿਸ ਮੁਖ ਨਾ ਸਲਾਹੀਏ, ਭਾਵ ਉਹਦੀ ਸਿਫਤ ਸਲਾਹ ਕੀਤੀ ਹੀ ਨਹੀਂ ਜਾ ਸਕਦੀ। ਸੇ ਮੱਥੇ ਨਿਹਚਲ ਰਹੇ ਜਿਨ ਗੁਰ ਧਰਿਆ ਹੱਥ। ਜਿਨ੍ਹਾਂ ਦੇ ਮੱਥੇ 'ਤੇ ਭਾਵ ਸਿਰ 'ਤੇ, ਜਿਨ੍ਹਾਂ ਦੇ ਸਿਰ 'ਤੇ ਗੁਰੂ ਨੇ ਹੱਥ ਧਰਿਆ, ਨਿਹਚਲ ਰਹੇ, ਉਹਨਾਂ ਦੇ ਮਨ ਅਡੋਲ ਹੋ ਗਏ। ਪਹਿਲਾਂ ਡੋਲਦੇ ਸੀ, ਭਟਕਦੇ ਸਨ, ਫਿਰ ਮਨ ਅਡੋਲ ਹੋ ਗਿਆ ਹੈ। ਕਿਉਂ? ਗੁਰੂ ਨੇ ਕਿਰਪਾ ਦ੍ਰਿਸ਼ਟੀ ਕੀਤੀ, ਸਿਰ 'ਤੇ ਹੱਥ ਰੱਖਿਆ ਹੈ। ਤਾਂ ਹੀ ਕਈ ਵਾਰੀ ਆਪਾਂ ਮਹਾਂਪੁਰਖਾਂ ਤੋਂ ਸਿਰ 'ਤੇ ਹੱਥ ਰਖਵਾਉਂਦੇ ਹਾਂ। ਗੁਰ ਅੰਮ੍ਰਿਤ ਨਾਮ ਪਿਆਲਿਆ ਜਨਮ ਮਰਨ ਕਾ ਪਥ। ਪਥ ਹਿੰਦੀ ਦਾ ਸ਼ਬਦ ਹੈ ਜਿਹਨੂੰ ਕਹਿੰਦੇ ਪਰਹੇਜ਼। ਕਿਸੇ ਵੀ ਵੈਦ ਕੋਲੇ ਜਾਵੋ, ਡਾਕਟਰ ਕੋਲੇ ਜਾਵੋ, ਉਹ ਤੁਹਾਨੂੰ ਨਾਲੇ ਤਾਂ ਦਵਾਈ ਦੇਗਾ, ਨਾਲੇ ਪਰਹੇਜ਼ ਦੱਸੇਗਾ ਵੀ ਆਹ ਚੀਜ਼ ਨਹੀਂ ਖਾਣੀ, ਨਹੀਂ ਪੀਣੀ। ਫਰਕ ਕਰੋ, ਕਿਸੇ ਦਾ ਗਲਾ ਖਰਾਬ ਹੈ, ਉਹ ਕਹੇਗਾ ਭਾਈ ਖੱਟੀ ਚੀਜ਼ ਨਹੀਂ ਖਾਣੀ, ਬੇਹੀ ਚੀਜ਼ ਨਹੀਂ ਖਾਣੀ, ਠੰਡੀ ਚੀਜ਼ ਨਹੀਂ ਖਾਣੀ। ਇਸ ਤਰ੍ਹਾਂ ਪਰਹੇਜ਼ ਦੱਸਦੇ ਨੇ। ਗੁਰੂ ਨੇ ਨਾਮ ਰੂਪੀ ਅੰਮ੍ਰਿਤ ਪਿਆ ਦਿੱਤਾ ਹੈ। ਜਨਮ ਮਰਨ ਕਾ ਪਥ। ਹੁਣ ਜਨਮ ਮਰਨ ਤੋਂ ਪਰਹੇਜ਼ ਹੋ ਗਿਆ, ਭਾਵ ਜੰਮਣ ਮਰਨ ਖਤਮ ਹੋ ਗਿਆ। ਹੁਣ ਜੰਮਣ ਮਰਨ ਕਹਿੰਦੇ ਰਹੇ ਹੀ ਨਹੀਂ, ਕਿਉਂਕਿ ਗੁਰੂ ਨੇ ਨਾਮ ਰੂਪੀ ਅੰਮ੍ਰਿਤ ਪਿਲਾ ਦਿੱਤਾ ਹੈ। ਕਿਉਂਕਿ ਨਾਮ ਨੇ ਮਨੁੱਖ ਨੂੰ ਜੰਮਣ ਮਰਨ ਤੋਂ ਰਹਿਤ ਕਰ ਦੇਣਾ ਹੁੰਦਾ ਹੈ। ਇਸ ਲਈ ਜਿਹੜੇ ਬੰਦੇ ਨਾਮ ਜਪਦੇ ਰਹਿੰਦੇ ਨੇ, ਉਹ ਅਖੀਰ ਨੂੰ ਸੱਚਖੰਡ ਪਹੁੰਚ ਜਾਂਦੇ ਨੇ। ਫਿਰ ਸਦਾ ਲਈ ਉੱਥੇ ਰਹਿੰਦੇ ਨੇ, ਜੰਮਣ ਮਰਨ ਉਹਨਾਂ ਦਾ ਖਤਮ ਹੋ ਜਾਂਦਾ ਹੈ। ਹਾਂ, ਪਰਮਾਤਮਾ ਉਹਨਾਂ ਦੀ ਡਿਊਟੀ ਲਾ ਦੇ ਕਿ ਜਾਓ ਭਾਈ ਸੰਸਾਰ 'ਤੇ, ਫਿਰ ਉਹਨੂੰ ਗੁਰੂ ਬਣਾ ਕੇ ਜਾਂ ਕੋਈ ਪੈਗੰਬਰ ਬਣਾ ਕੇ, ਕੋਈ ਅਵਤਾਰ ਬਣਾ ਕੇ, ਕੋਈ ਸੰਤ ਬਣਾ ਕੇ, ਬ੍ਰਹਮ ਗਿਆਨੀ ਬਣਾ ਕੇ ਉਹਨਾਂ ਨੂੰ ਸੰਸਾਰ 'ਤੇ ਭੇਜਦਾ, ਅਤੇ ਫਿਰ ਉਹਨਾਂ ਦੀ ਡਿਊਟੀ ਲਾਉਂਦਾ ਕਿ ਤੁਸੀਂ ਜਾ ਕੇ ਆਹ ਕੰਮ ਕਰਨਾ, ਇੰਨੇ ਸਾਲ ਤੁਹਾਨੂੰ ਦਿੱਤੇ, ਉਸ ਤੋਂ ਬਾਅਦ ਤੁਸੀਂ ਵਾਪਸ ਮੇਰੇ ਕੋਲ ਇਹੀ ਆ ਜਾਣਾ ਹੈ। ਤਾਂ ਕਹਿੰਦੇ ਜਨ ਪਰਉਪਕਾਰੀ ਆਏ। ਉਹ ਪਰਉਪਕਾਰ ਦੇ ਹਿਤ ਆਉਂਦੇ ਨੇ, ਜੰਮਣ ਮਰਨ 'ਚ ਨਹੀਂ ਹੁੰਦੇ। ਜਨਮ ਮਰਨ ਦੋਹੂ ਮੈਂ ਨਹੀਂ, ਜਨ ਪਰਉਪਕਾਰੀ ਆਏ। ਉਹ ਤਾਂ ਸਿਰਫ ਪਰਉਪਕਾਰ ਕਰਨ ਲਈ ਪਰਮਾਤਮਾ ਨੇ ਭੇਜੇ ਹੁੰਦੇ ਨੇ। ਸਾਡੇ ਵਾਂਗੂ ਉਹ ਜੰਮਦੇ ਮਰਦੇ ਨਹੀਂ ਹੈਗੇ। ਹਾਂਜੀ, ਗੁਰ ਪਰਮੇਸ਼ਰ ਸੇਵਿਆ ਪੈ ਭੰਜਨ ਦੁਖ ਲਥ। ਗੁਰੂ ਨੂੰ ਗੁਰਬਾਣੀ 'ਚ ਪਰਮੇਸ਼ਰ ਵੀ ਕਿਹਾ ਹੈ। ਗੁਰ ਪਰਮੇਸ਼ਰ ਏਕੋ ਜਨ। ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਤੀਸਰੇ ਪਾਤਸ਼ਾਹ ਬਾਰੇ ਜਿਹੜੇ ਭੱਟ ਨੇ ਕਹਿੰਦੇ ਨੇ,
ਕਿ ਪਰਮਾਤਮਾ ਆਪ ਹੀ ਗੁਰੂ ਅਮਰਦਾਸ ਮਹਾਰਾਜ ਦਾ ਰੂਪ ਧਾਰਨ ਕਰਕੇ ਇਸ ਸੰਸਾਰ 'ਤੇ ਆਇਆ। ਕਈ ਲੋਕਾਂ ਨੂੰ ਹੈਰਾਨੀ ਹੁੰਦੀ ਹੈ, ਪਰਮਾਤਮਾ ਕਿਸੇ ਦਾ ਵੀ ਰੂਪ ਧਾਰਨ ਕਰ ਸਕਦਾ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ। ਨਾਮਦੇਵ ਜੀ ਰੋਟੀਆਂ ਪਕਾ ਰਹੇ ਨੇ, ਇੱਕ ਕੁੱਤਾ ਆਇਆ, ਉਹ ਰੋਟੀ ਚੱਕ ਕੇ ਲੈ ਗਿਆ। ਹੁਣ ਨਾਮਦੇਵ ਜੀ ਦੀ ਦਿਵ ਦ੍ਰਿਸ਼ਟੀ ਖੁੱਲ੍ਹੀ ਹੈ, ਸਾਡੇ ਲਈ ਉਹ ਕੁੱਤਾ ਹੈ, ਕਿਉਂਕਿ ਸਾਨੂੰ ਚਮੜੀ ਦਿਸ ਰਹੀ ਹੈ, ਅੰਦਰ ਨਹੀਂ ਦਿਸ ਰਿਹਾ। ਨਾਮਦੇਵ ਨੂੰ ਅੰਦਰ ਦਿਸਦਾ ਸੀ ਕਿ ਉਹ ਇਹ ਤਾਂ ਭਗਵਾਨ ਹੈ, ਕੁੱਤੇ ਦਾ ਰੂਪ ਧਾਰਨ ਕਰਕੇ ਆਇਆ। ਤਾਂ ਹੀ ਮਗਰ ਘਿਓ ਦਾ ਡੱਬਾ ਲੈ ਕੇ ਭੱਜੇ ਗਏ, 1 ਮੀਲ ਮਗਰ ਭੱਜੇ ਗਏ। ਭਗਵਾਨ ਜੀ ਠਹਿਰ ਜੋ ਰੋਟੀ ਦਾ ਚੋਪੜ ਲੈਣ ਦਿਓ। ਲੋਕ ਹੱਸ ਰਹੇ ਨੇ, ਲੋਕਾਂ ਨੂੰ ਪਤਾ ਹੀ ਨਹੀਂ ਗੱਲ ਕੀ ਹੈ। ਅਗਲਾ ਤਾਂ ਕਹਿੰਦਾ ਨਾਮਦੇਵ ਤਾਂ ਪਾਗਲ ਹੈ, ਕੁੱਤੇ ਮਗਰ ਭੱਜਿਆ ਜਾਂਦਾ, ਕਹਿੰਦੇ ਰੋਟੀ ਦੇ ਚੋਪੜ ਲੈਣ ਦਿਓ। ਜਦੋਂ ਭਗਵਾਨ ਨੇ ਦੇਖਿਆ ਕਿ ਵਾਕਿਆ ਹੀ ਇਸ ਨੂੰ ਵਿਸ਼ਵਾਸ ਹੈ ਕਿ ਮੈਂ ਭਗਵਾਨ ਹਾਂ, ਤਾਂ ਭਗਵਾਨ ਰੂਪੀ ਕੁੱਤਾ ਖਲੋ ਗਿਆ। ਜਦੋਂ ਕੁੱਤਾ ਖਲੋ ਗਿਆ ਤਾਂ ਕੁੱਤਾ ਖਤਮ ਹੈ, ਭਗਵਾਨ ਸਾਹਮਣੇ ਖੜ੍ਹਾ। ਇਸ ਲਈ ਭਗਵਾਨ ਗੁਰੂ ਦਾ ਰੂਪ ਧਾਰਨ ਕਰਕੇ ਇਸ ਸੰਸਾਰ 'ਤੇ ਆਉਂਦਾ ਹੈ। ਇਸ ਲਈ ਕਿ ਗੁਰ ਪਰਮੇਸ਼ਰ, ਗੁਰ ਪਰਮੇਸ਼ਰ ਸੇਵਿਆ। ਜਿਨ੍ਹਾਂ ਨੇ ਗੁਰ ਪਰਮੇਸ਼ਰ ਦਾ ਸਿਮਰਨ ਕੀਤਾ, ਸੇਵਾ ਕੀਤੀ, ਭੈ ਭੰਜਨ ਦੁੱਖ ਲੱਥ, ਉਹਦਾ ਡਰ ਖਤਮ ਹੋ ਗਿਆ, ਦੁੱਖ ਖਤਮ ਹੋ ਗਿਆ। ਇੱਕ ਸੋਮੁਖ ਜਲੋ ਜੋ ਰਾਮ ਕਹੇ ਜੋ ਨੇ। ਹਾਂ, ਫਿਰ ਤੇ ਪਰਮਾਤਮਾ ਜੂਨ 'ਚ ਨਹੀਂ ਆਉਂਦਾ, ਉਹ ਰੂਪ ਧਾਰਨ ਕਰਦਾ, ਜੂਨ 'ਚ ਨਹੀਂ ਆਉਂਦਾ। ਪਰਮਾਤਮਾ ਜੰਮਦਾ ਮਰਦਾ ਨਹੀਂ, ਫਿਰ ਤਾਂ ਸਾਡੇ ਵਰਗੇ ਹੋਇਆ, ਉਹ ਰੂਪ ਧਾਰਨ ਕਰਦਾ ਹੈ। ਹੁਣ ਭਗਵਾਨ ਕੁੱਤੇ ਦੀ ਤਾਂ ਉਹਨੇ ਜਨਮ ਨਹੀਂ ਲਿਆ, ਉਹਨੇ ਕੁੱਤੇ ਦਾ ਰੂਪ ਧਾਰਨ ਕਰ ਲਿਆ। ਪਰ ਉਹ ਤੇ ਸਾਰੇ ਪ੍ਰਾਂਤ ਵੈਸੇ ਤੇ ਸਾਰੇ ਜੀ ਸੀ। ਹਾਂਜੀ, ਪਰ ਉਹਦੇ ਪ੍ਰਗਟ ਹੈ ਜੀ। ਸਾਡੇ ਭਗਵਾਨ ਗੁਪਤ ਹੈ, ਸਮੱਸਿਆ ਤੇ ਹੈ, ਗੁਪਤ ਤੋਂ ਅਸੀਂ ਕੋਈ ਫਾਇਦਾ ਨਹੀਂ ਉਠਾ ਸਕਦੇ। ਇਹਦੀ 2 ਉਦਾਹਰਨਾਂ ਤੁਹਾਨੂੰ ਕਿੰਨੇ ਵਾਰ ਦਿੱਤੀਆਂ ਕਿ ਪਾਣੀ ਦੇ ਧਰਤੀ 'ਚ ਪਹਿਲਾਂ ਹੀ ਸੀ ਜਦੋਂ ਧਰਤੀ ਬਣੀ ਹੈ, ਪਰ ਉਹ ਗੁਪਤ ਹੋਣ ਕਰਕੇ ਅਸੀਂ ਕੋਈ ਉਸ ਤੋਂ ਲਾਭ ਨਾ ਉਠਾ ਸਕੇ। ਜਦੋਂ ਕਿਸੇ ਨੇ ਕਿਸੇ ਕਾਰਨ ਉਹਨੂੰ ਪ੍ਰਗਟ ਕਰ ਲਿਆ, ਫਿਰ ਖੂਹ ਲੱਗ ਗਏ, ਨਲਕੇ ਲੱਗ ਗਏ, ਟਿਊਬਵੈੱਲ ਲੱਗ ਗਏ, ਕਿੰਨਾ ਫਾਇਦਾ ਹੋ ਗਿਆ। ਜਦੋਂ ਦੇ ਦਰਖਤ ਬਣੇ, ਬਨਸਪਤੀ ਬਣੀ, ਉਦੋਂ ਦੀ ਹੀ ਅੱਗ ਉਹਨਾਂ 'ਚ ਹੈ, ਪਰ ਉਹ ਗੁਪਤ ਸੀ, ਅਸੀਂ ਉਸ ਤੋਂ ਕੋਈ ਫਾਇਦਾ ਨਾ ਉਠਾ ਸਕੇ। ਲੱਖਾਂ ਸਾਲਾਂ ਤੱਕ ਕੱਚਾ ਮਾਸ ਖਾ ਕੇ ਗੁਜ਼ਾਰਾ ਕਰਦੇ ਰਹੇ। ਫਿਰ ਕਿਸੇ ਨੇ ਪ੍ਰਗਟ ਕਰ ਲਈ ਅੱਗ, ਦੇਖੋ ਅੱਜ ਭਾਂਤ ਦੇ ਭੋਜਨ ਬਣਾ ਪਕਾ ਕੇ ਖਾਂਦੇ ਹਾਂ। ਇਸ ਲਈ ਜਿਹੜੇ ਬ੍ਰਹਮ ਗਿਆਨੀ ਹੁੰਦੇ ਨੇ, ਉਹਨਾਂ 'ਚ ਪਰਮਾਤਮਾ ਪ੍ਰਗਟ ਰੂਪ 'ਚ ਹੁੰਦਾ। ਜਦੋਂ ਆਪਾਂ ਪ੍ਰਗਟ ਕਰ ਲਾਂਗੇ ਉਹਨੂੰ, ਬਸ ਆਪਾਂ ਵੀ ਰੱਬ ਰੂਪ ਹੋ ਜਾਵਾਂਗੇ। ਜਦੋਂ ਆਪਾਂ ਆਪਣੇ ਅੰਦਰੋਂ ਪਰਮਾਤਮਾ ਨੂੰ ਪ੍ਰਗਟ ਕਰ ਲਾਂਗੇ ਨਾ, ਫਿਰ ਆਪਾਂ ਵੀ ਰੱਬ ਰੂਪ ਹੋ ਜਾਵਾਂਗੇ। ਹਾਂਜੀ, ਤਾਂ ਕਿ ਬ੍ਰਹਮ ਗਿਆਨੀ ਆ ਪਰਮੇਸ਼ਰ ਲਿਖਿਆ ਨਾ। ਇਸ ਲਈ ਗੁਰੂ ਨੂੰ ਹਮੇਸ਼ਾ ਰੱਬ ਹੀ ਸਮਝਣਾ ਚਾਹੀਦਾ ਹੈ। ਵੀ ਪਰਮਾਤਮਾ ਗੁਰੂ ਦਾ ਰੂਪ ਧਾਰਨ ਕਰਕੇ ਸੰਸਾਰ 'ਤੇ ਆਇਆ, ਕਿਉਂਕਿ ਪਰਮਾਤਮਾ ਆਪ ਤੇ ਕਿਸੇ ਨਾਲ ਬੋਲਦਾ, ਹਰ ਇੱਕ ਤਾਂ ਉਹਨੂੰ ਸਮਝਦਾ ਹੀ ਨਹੀਂ ਹੈ। ਮੰਨ ਲਓ ਕੋਈ ਰੂਹ ਇੱਥੇ ਆ ਗਈ ਹੈ, ਉਹ ਕੋਈ ਬੋਲ ਰਹੀ ਹੈ, ਸਾਨੂੰ ਨਹੀਂ ਸੁਣੇਗੀ, ਨਾ ਸਾਨੂੰ ਦਿਸੇਗੀ, ਨਾ ਸਾਨੂੰ ਸੁਣੇਗੀ। ਜੇ ਦਿਵ ਦ੍ਰਿਸ਼ਟੀ ਖੁੱਲ੍ਹ ਜਾਵੇ, ਫਿਰ ਪਹਿਲਾਂ ਦਿਸੇਗੀ, ਪਹਿਲੀ ਅਵਸਥਾ ਹੁੰਦੀ ਉਹ ਦਿਸਣ ਲੱਗ ਜਾਏਗੀ ਤੁਹਾਨੂੰ, ਪਰ ਜੇ ਗੱਲਾਂ ਨਹੀਂ ਕਰੇਗੀ ਤੁਹਾਡੇ ਨਾਲ, ਫਿਰ ਦੂਜੀ ਅਵਸਥਾ ਤੁਸੀਂ ਉਸ ਨਾਲ ਗੱਲਾਂ ਬਾਤਾਂ ਕਰ ਸਕਦੇ ਹੋ, ਉਸ ਤੋਂ ਲਾਭ ਉਠਾ ਸਕਦੇ ਹੋ। ਇਹ ਸੋ ਜਿਹੜਾ ਗੁਰੂ ਨੂੰ ਪਰਮੇਸ਼ਰ ਸਮਝ ਕੇ ਉਹਦੀ ਸੇਵਾ ਕਰਦਾ, ਭੈ ਭੰਜਨ ਦੁੱਖ ਲੱਥ। ਭੰਜਨ ਹੁੰਦਾ ਨਾਸ ਹੋਣਾ, ਉਹਦਾ ਭੈ ਨਾਸ ਹੋ ਜਾਂਦਾ, ਉਹਦੇ ਦੁੱਖ ਲੈ ਜਾਂਦਾ। ਸਤਿਗੁਰ ਗਹਿਰ ਗੰਭੀਰ ਹੈ, ਸੁਖ ਸਾਗਰ ਅਗ ਖੰਡ।
ਇਹੀ ਕਾਰਨ ਹੈ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਜਦੋਂ ਗੁਰੂ ਬਣ ਗਏ, ਕੁਦਰਤੀ ਸਿੱਖ ਬੈਠੇ ਨੇ, ਜਿਹੜਾ ਹੈ ਬਾਬਾ ਬੁੱਢਾ ਜੀ ਵੀ ਬੈਠੇ ਨੇ, ਹੋਰ ਵੀ ਸਿੱਖ ਬੈਠੇ ਨੇ। ਗੁਰੂ ਮਹਾਰਾਜ ਪੁੱਛਣ ਲੱਗੇ, ਭਾਈ ਤੂੰ ਗੁਰੂ ਨਾਨਕ ਨੂੰ ਕੀ ਸਮਝਿਆ? ਇੱਕ ਕਹਿੰਦਾ ਜੀ ਮੈਂ ਤਾਂ ਉਹਨਾਂ ਨੂੰ ਮਹਾਨ ਸੰਤ ਸਮਝਿਆ। ਕਹਿੰਦੇ ਜਾ ਭਾਈ ਤੂੰ ਸੰਤ ਹੋਇਆ। ਬਾਬਾ ਬੁੱਢਾ ਜੀ ਨੂੰ ਕਹਿੰਦੇ ਵੀ ਤੁਸੀਂ ਗੁਰੂ ਨਾਨਕ ਦੇਵ ਨੂੰ ਕੀ ਸਮਝਿਆ ਜੀ? ਕਹਿੰਦੇ ਮੈਂ ਤਾਂ ਸਮਝੇ ਤੇ ਬਹੁਤ ਵੱਡਾ ਸਾਧੂ ਹੈ, ਬ੍ਰਹਮ ਗਿਆਨੀ ਹੈ। ਕਹਿੰਦੇ ਬਾਬਾ ਜੀ ਤੁਸੀਂ ਬ੍ਰਹਮ ਗਿਆਨੀ ਹੋਏ? ਇਸ ਤਰ੍ਹਾਂ ਕਹੀ ਗਏ। ਫਿਰ ਬਾਬਾ ਬੁੱਢਾ ਜੀ ਕਹਿੰਦੇ ਵੀ ਮਹਾਰਾਜ ਜੀ ਤੁਸੀਂ ਗੁਰੂ ਨਾਨਕ ਦੇਵ ਨੂੰ ਕੀ ਸਮਝਿਆ? ਕਹਿੰਦੇ ਅਸੀਂ ਉਹਨਾਂ ਨੂੰ ਪਰਮੇਸ਼ਰ ਸਮਝਿਆ, ਵੀ ਪਰਮੇਸ਼ਰ ਆਇਆ ਗੁਰੂ ਨਾਨਕ ਦੇ ਰੂਪ 'ਚ। ਕਹਿੰਦੇ ਇਸੇ ਲਈ ਤੁਸੀਂ ਗੁਰੂ ਬਣ ਗਏ। ਮਨ ਭਾਵਨੀ ਤੇ ਸਿੱਧ ਹੋਏ। ਸਤਿਗੁਰ ਸਭ ਨੂੰ ਵੇਖਦਾ, ਉਹ ਤਾਂ ਸਾਰਿਆਂ ਨੂੰ ਇੱਕ ਨਜ਼ਰ ਨਾਲ ਵੇਖ ਰਿਹਾ ਹੈ। ਜਿਹੋ ਜਿਹੀ ਸਾਡੀ ਭਾਵਨਾ ਹੁੰਦੀ ਹੈ ਉਸੇ ਤਰ੍ਹਾਂ ਸਾਨੂੰ ਪ੍ਰਾਪਤੀ ਹੁੰਦੀ ਹੈ। ਗੁਰੂ ਪ੍ਰਤੀ ਜਿਹੋ ਜਿਹੀ ਸਾਡੀ ਭਾਵਨਾ ਹੋਏਗੀ ਉਹਦੇ ਅਨੁਸਾਰ ਸਾਨੂੰ ਪ੍ਰਾਪਤੀ ਹੋਵੇਗੀ। ਹੁਣ ਮੁਸੀਬਤ ਆ ਪਈ, ਸਾਹਮਣੇ ਦੁਸ਼ਮਣ ਆ ਗਿਆ, ਤੁਸੀਂ ਡਰ ਗਏ ਹੋ। ਜੇ ਤੁਹਾਨੂੰ ਵਿਸ਼ਵਾਸ ਹੈ ਮੇਰਾ ਗੁਰੂ ਮੇਰੇ ਨਾਲ ਹੈ, ਪਰਮਾਤਮਾ ਮੇਰੇ ਅੰਦਰ ਹੈ, ਉਹ ਮੇਰੇ ਨਾਲ ਹੈ, ਫਿਰ ਤੁਸੀਂ ਡਰੋਗੇ ਨਹੀਂ। ਫਿਰ ਡਰੋਗੇ ਨਹੀਂ, ਫਿਰ ਤਾਂ ਮੁਕਾਬਲਾ ਕਰੋਗੇ। ਜੋ ਕੁਛ ਵੀ ਤੁਹਾਡੇ ਕੋਲ ਹੈ, ਡੰਡਾ ਹੈ, ਤਲਵਾਰ ਹੈ, ਬਰਛਾ ਹੈ, ਇੱਟ ਵੱਟਾ ਹੈ, ਆਪਣੇ ਵੱਲੋਂ ਗੁਰੂ ਮਹਾਰਾਜ ਨਾਲ ਸਮਝ ਸੱਚੇ ਪਾਤਸ਼ਾਹ ਹੁਣ ਤੁਸੀਂ ਮੇਰੇ 'ਚ ਪ੍ਰਵੇਸ਼ ਕਰ ਜਾਓ ਬਸ, ਅਤੇ ਹੁਣ ਤੁਹਾਡੀ ਚੱਲੇਗੀ ਬਸ। ਠੀਕ ਹੈ, ਹੱਥ ਮੇਰੇ ਹੋਣਗੇ, ਸ਼ਕਤੀ ਤੁਹਾਡੀ ਚੱਲੇਗੀ, ਅਤੇ ਬਸ ਫਿਰ ਲੜਨਾ ਸ਼ੁਰੂ ਕਰ ਦਿਓ। ਭਰਾ ਦੀ ਮੇਰੇ ਦੀ ਇੱਕ ਵਾਰੀ ਡਿਊਟੀ ਲੱਗ ਗਈ ਸਮਾਣੇ, ਉਹ ਨਕਲ ਨਹੀਂ ਸੀ ਮਾਰਨ ਦਿੰਦੇ। ਲਓ ਜੀ ਦੁਖੀ ਹੋ ਗਏ ਲੋਕ। ਉਹ ਇੱਕ ਵਾਰੀ ਬਾਜ਼ਾਰ 'ਚ ਜਾ ਰਹੇ, 14-15 ਮੁੰਡੇ ਆ ਗਏ, ਘੇਰ ਲਿਆ ਭਾਈ ਸਾਹਿਬ ਨੂੰ। ਬ੍ਰਦਰ ਕਹਿੰਦੇ ਅੱਛਾ ਤੁਸੀਂ ਮੈਨੂੰ ਡਰਾਉਣ ਆਏ ਹੋ ਹੈਂ? ਤੁਹਾਨੂੰ ਨਹੀਂ ਪਤਾ ਮੈਂ ਜੱਟਾਂ ਦਾ ਮੁੰਡਾ? ਕਹਿੰਦੇ ਮੈਂ ਮਾਂ ਦਾ ਦੁੱਧ ਪੀਤਾ। ਉਹਨਾਂ ਨੇ ਪਿਛਲੇ ਪਾਸੇ ਜਿਵੇਂ ਪਿਸਟਲ ਨਾ ਹੱਥ ਐਂ ਪਿੱਛੇ ਐਂ ਹੱਥ ਕਰ ਲਿਆ। ਕਹਿੰਦੇ ਲੋਕ ਵੀ ਲੱਗ ਕੇ ਵੇਖਣ ਵੀ ਲੈ ਬਈ ਸੁਪਰਡੈਂਟ ਨੂੰ ਘੇਰ ਲਿਆ। ਕਹਿੰਦਾ ਜਿਹਨੇ ਮਾਂ ਦਾ ਦੁੱਧ ਪੀਤਾ ਨਾ ਆ ਜਾਓ ਅੱਗੇ, ਦੇਖਦਾ ਕਿਹੜਾ ਤੁਹਾਡੇ 'ਚ ਸੁੱਕਾ ਜਾਂਦਾ ਹੈ। ਇੱਕ ਇੱਕ ਕਰਕੇ ਤੁਰ ਗਏ ਸਾਰੇ, 14 ਕਹਿੰਦੇ ਹੌਸਲਾ ਨਹੀਂ ਪਿਆ ਹੱਥ ਲਾਉਣ ਦਾ। ਕਹਿੰਦੇ ਆਓ ਫਿਰ ਜਿਹਨੇ ਮਾਂ ਦਾ ਦੁੱਧ ਪੀਤਾ, ਆਓ ਦੇਖਦਾ ਮੈਂ ਕਿਹੜਾ ਆਉਂਦਾ ਮੇਰੇ ਨੇੜੇ। ਇੱਕ ਨਹੀਂ ਜਾਣ ਦਿੰਦਾ, ਕਹਿੰਦਾ ਮੈਂ ਤੁਹਾਡੇ 'ਚੋਂ। ਫਿਰ ਭੱਜ ਪਏ। ਬਸ ਫਿਰ ਉਹ ਤੋਂ ਬਾਅਦ ਮਜ਼ਾਲ ਕੋਈ ਕੁਸਕ ਜਿਹਾ, ਕਦੇ ਜ਼ਰੂਰਤ ਹੀ ਨਹੀਂ ਪਈ ਨਕਲ ਨੁਕਲ ਮਾਰਨ ਦੀ ਵੀ ਹਾਂ ਇਹ ਨਹੀਂ ਡਰਦਾ ਕਿਸੇ ਤਰ੍ਹਾਂ। ਉਹ ਡਰਦਾ ਹੀ ਨਹੀਂ ਸੀ। ਮੈਂ ਤਾਂ ਹੁਣ ਉਹਨਾਂ ਦੀ ਖੱਲੜੀ ਡਰ ਹੀ ਨਹੀਂ ਸੀ। ਮੈਂ ਨਾਲ ਰਿਹਾ ਉਹਨਾਂ ਦੇ ਬੜੇ ਸਾਲ, ਕੋਲ ਰਹਿ ਕੇ ਮੈਂ ਪੜ੍ਹਿਆ, ਫਿਰ ਬਾਅਦ 'ਚ ਰਿਹਾ ਮੈਂ। ਡਰ ਕੀ ਹੁੰਦਾ ਇਹ ਤਾਂ ਮੈਂ ਦੇਖੇ ਹੀ ਨਹੀਂ ਉਹਨਾਂ 'ਚ ਵੀ ਡਰ ਕੀ ਹੁੰਦਾ। ਫਿਰ ਮੈਂ ਦੇਖਿਆ ਡਰਦੇ ਨੇ ਦੁਨੀਆ ਡਰਾਉਂਦੀ ਹੈ। ਜਿਹੜਾ ਅੜ ਖਲੋਵੇ ਨਾ ਫਿਰ ਕੋਈ ਵੀ ਮਾਈ ਦਾ ਲਾ ਲੱਗੇ ਆਉਂਦਾ। ਉਹਨਾਂ ਸੋਚਿਆ ਵੀ ਜਿਹੜਾ ਹੱਥ ਹੈ ਪਿੱਛੇ ਨੂੰ ਕਰ ਲਿਆ ਕਿ ਨਹੀਂ, ਵੀ ਇਹਦੇ ਕੋਲ ਪਿਸਟਲ ਹੋਣਾ, ਠੋਕਣੀ ਇਹਨੇ ਫਿਰ ਹੁਣ ਜੇ ਗਏ ਨੇੜੇ। ਹਾਂਜੀ ਜਿਹੜਾ ਇੰਨਾ ਲਲਕਾਰ ਕੇ ਕਹਿੰਦਾ ਆ ਜਾਓ, ਕਹਿੰਦੇ ਜਿਹਨੇ ਫਿਰ ਆਉਣਾ। ਸੋ ਇਸ ਲਈ ਫਿਰ ਜੇ ਕਦੇ ਐਸਾ ਸਮਾਂ ਡਰੀ ਡੁਦਾ ਨਹੀਂ, ਹਾਂ ਬਸ ਮਾਰ ਹੀ ਦੇਣਗੇ ਨਾ। ਤਰਲੇ ਕੱਢੀ ਜੋ, ਐਂ ਨਹੀਂ ਕੋਈ ਹਟ ਦੌੜਦਾ ਤਰਲੇ ਕੱਢਣਾ, ਸਗੋਂ ਦੁਖੀ ਕਰਦੇ ਨੇ। ਸਗੋਂ ਵਾਲਾ ਦੁਖੀ ਕਰਦਾ। ਤੁਹਾਨੂੰ ਕੋਈ ਕੁੱਟੇ ਨਾ ਮਾਰਨ ਨਾ ਮਾਰ, ਸਗੋਂ ਕੁੱਟਣਗੇ। ਹਾਂਜੀ ਇੱਕ ਲੜਕੀ ਜਿਹੜੀ ਹੈ ਬਲਾਤਕਾਰ ਲੱਗੇ ਕਰਨ, ਬੰਦਾ ਕਰ ਲ, ਉਹਨੇ ਨਾ ਜੀ ਲੜਕੀ ਨੇ ਉਹਦੀ ਗਲ 'ਤੇ ਦੰਦੀ ਵੱਢ ਲਈ। ਉਹਨੂੰ ਕੁੱਟੀ ਜਾ ਰਿਹਾ, ਛੱਡ ਨਹੀਂ, ਉਹਦੀ ਗਲ ਪਾੜਤੀ ਕੁੜੀ ਨੇ। ਉਹ ਕੁੱਟੀ ਗਿਆ ਉਸਨੂੰ, ਉਹਨੂੰ ਛੱਡੇ ਨਹੀਂ, ਦੰਦੀ ਵੱਢ ਲਈ ਉਹਦੀ ਮੁੰਡੇ ਦੀ ਗਲ ਦੀ। ਜਾਂਦਾ ਕਿੱਥੇ ਹੁਣ?
ਕਿਵੇਂ ਛਿਪੇਗਾ ਹੁਣ ਬਈ? ਹਾਂ, ਛੱਡਿਆ ਨਹੀਂ, ਅਖਬਾਰ 'ਚ ਆਇਆ ਵੀ ਕਹਿੰਦੀ ਤੁਹਾਡੀ ਲੜਕੀ ਨਿਕਲੀ। ਹਾਂ, ਦੰਦੀ ਵੱਢ ਲਈ, ਬਸ ਜ਼ੋਰ ਲਾਈ ਗਿਆ ਉਹ, ਉਹਦੀ ਬੁਰਕ ਉਹ ਕੱਢ ਹੀ ਦਿੱਤੀ ਉਹਦੀ ਜੰਝ, ਹਾਂ, ਵਿੱਚ ਗਲ 'ਚ। ਠੀਕ ਹੈ, ਮਾਰ ਤਾਂ ਉਹਨੇ ਦਿੱਤਾ, ਪਰ ਉਹ ਕਰਤਾ ਉਹਨੇ। ਇਹ ਡਰੀ ਨਹੀਂ ਹੈਗੀ ਵੀ ਹਾਂ ਇਹ ਮੈਨੇ ਐਂ ਕਰਦਾ। ਤਰਲੇ ਤੁਰਲੇ ਕੀਤੇ ਕੋਈ ਨਹੀਂ ਛੱਡਦਾ ਹੁੰਦਾ। ਜਿੱਥੋਂ ਤੱਕ ਹੋ ਸਕੇ ਫਿਰ ਆਪਣਾ ਜ਼ੋਰ ਲਾਉਣਾ ਹੈ ਵੀ ਹੁਣ ਮੌਤ ਤੇ ਸਾਹਮਣੇ ਆ ਹੀ ਗਈ ਹੈ, ਹੁਣ ਤਰਲੇ ਕੀਤਿਆਂ ਵੀ ਨਾ ਮਾਰ ਜਾਣਾ, ਫਿਰ ਕਿਉਂ ਨਾ ਫਿਰ ਮੁਕਾਬਲਾ ਕੀਤਾ ਜਾਵੇ, ਫਿਰ ਦੇਖੀ ਜਾਏ ਜੋ ਹੈਗੀ। ਸਤਿਗੁਰ ਸੰਗ ਸਦਾ ਹੈ ਨਾਲੇ, ਫਿਰ ਐਂ ਸਮਝਣਾ, ਫਿਰ ਜਾ ਕੇ ਗੱਲ ਬਣੇਗੀ। ਨਿਰਾ ਕਹਿਣ ਨਾਲ ਨਹੀਂ ਵੀ ਸਤਿਗੁਰ ਸੰਗ ਸਦਾ ਹੈ ਨਾਲੇ, ਤੇ ਉਦੋਂ ਕਹਿ ਲੈ ਕਿੱਥੇ ਜੀ ਮੇਰੇ ਨਾਲ, ਕਿੱਥੇ ਜੀ। ਹਾਂ, ਸਤਿਗੁਰ ਗਹਿਰ ਗੰਭੀਰ ਹੈ, ਸੁਖ ਸਾਗਰ ਅਗ ਖੰਡ। ਖਾਲਸਾ ਕਾਲਜ ਇੱਕ ਲੜਕੀ ਵਾਹ ਜਵਾਨ ਸੀ, ਕਾਦੇ ਮੋਟਰਸਾਈਕਲ 'ਤੇ ਆਉਂਦੀ ਸੀ। ਇੱਕ ਮੁੰਡੇ ਨੇ ਕੁਛ ਕਹਿਤਾ, ਉਹਨੇ ਮੋਟਰਸਾਈਕਲ ਰੋਕ ਲਿਆ, ਕਹਿੰਦੇ ਠਹਿਰ ਜਾ, ਦੱਸਦੀ ਹਾਂ ਮੈਂ ਤੈਨੂੰ। ਛਿੱਤਰ ਲਾ ਲਿਆ, ਫੜ ਲਿਆ ਗਲਮੇ ਤੋਂ। ਜਵਾਨ ਸੀ ਜਿਹਨੇ ਕੁੜੀ, ਗਲਮੇ ਤੋਂ ਫੜ ਲਿਆ, ਦੇ ਸਲੀਪਰ ਤੇ ਸਲੀਪਰ, ਦੇ ਸਲੀਪਰ ਤੇ ਸਲੀਪਰ। ਇੰਨੇ ਚਿਰ ਲੋਕ ਇਕੱਠੇ ਹੋ ਗਏ, ਉਹਨਾਂ ਨੂੰ ਵੀ ਕੁੱਟਣਾ ਸ਼ੁਰੂ ਕਰਤਾ ਮੁੰਡੇ ਨੂੰ। ਹਾਂਜੀ, 4 ਸਾਲ ਖਾਲਸਾ ਕਾਲਜ ਰਹੇ, ਕਿਤੇ ਜ਼ਰੂਰਤ ਸੀ ਮੁੰਡੇ ਦੀ ਪੈਂਦੀ ਵੀ ਉਹਨੂੰ ਕੁਛ ਕਹਿ ਜੇ। ਹਾਂ, ਕਹਿੰਦੇ ਇਹਨੇ ਤਾਂ ਢਾਹ ਹੀ ਲੈਣੇ ਬਸ। ਇਹ ਡਰਨਾ ਡਰਨਾ ਕੋਈ ਨਹੀਂ ਹੈਗਾ। ਕਿਤੇ ਤੇ ਸੁਣ ਕੇ ਫਿਰ ਇੱਥੇ ਛੱਡ ਜਾਓ, ਅਤੇ ਹਾਂ ਇਹਨਾਂ ਲੋਕਾਂ ਕੇ ਤਰਲੇ ਤੁਰਲੇ ਕੱਢ ਬਸ ਪੈ ਜਾਣ, ਇੱਕ ਵਾਰੀ ਦੇਖੀ ਜੋ ਫਿਰ। ਹਾਂ, ਕਿਉਂਕਿ ਸਮਾਜ ਦੇ ਜਿਹੜਾ ਕਾਨੂੰਨ ਤਾਂ ਤੁਹਾਡੇ ਨਾਲ ਹੈ, ਤੁਸੀਂ ਤਾਂ ਐਵੇਂ ਡਰੀ ਜਾਂਦੇ ਹੋ। ਬੜੀਆਂ ਜਨਾਨੀਆਂ ਨੇ ਬੰਦੇ ਅੱਗੇ ਲਾ ਲੈਣੇ। ਹਾਂ, ਸਮਝਦੇ ਤੁਸੀਂ ਕੀ ਆਪਣੇ ਆਪ ਨੂੰ, ਗਏ ਤੁਹਾਡੇ ਵੇਲੇ। ਹਾਂ, ਅੱਗੇ ਲਾ ਲਏ, 15-15 ਲੱਖ ਲੈ ਕੇ ਖੜਾ ਛੱਡਦੀਆਂ ਨੇ। ਦੇਖੋ ਤਾਂ ਸਹੀ ਜਰਾ ਤਮਾਸ਼ਾ, 15 ਲੱਖ ਤੋਂ ਘੱਟ ਖੜਾ ਨਹੀਂ ਛੁੱਟਦਾ। ਅਤੇ ਫਿਰ ਮੇਰੇ ਕੋਲ ਆਉਣ ਕੇ ਕਿਸੇ ਦਾ ਮੇਰਾ ਖੜਾ ਛੁੱਟ ਜੇ, ਮੈਂ ਦੇ 15 ਲੱਖ ਛੁੱਟ ਜਾਏਗਾ, ਹੋਰ ਕੀ। ਤੂੰ ਛੁਡਾਉਣਾ ਹੀ ਹੈ ਤਾਂ, ਨਹੀਂ ਤਾਂ ਫਿਰ ਅੜਿਆ ਰਹਿ, ਨਹੀਂ ਦਿੰਦਾ ਜੀ ਮੈਂ, ਜੇਲ੍ਹ ਭੇਜਣੇ ਭੇਜ ਦਿਓ, ਮੈਂ ਕੱਟੂੰਗਾ ਜਿਹੜੇ 6 ਮਹੀਨੇ ਕੱਟਣੇ। ਯਾਦ ਰੱਖੋ 6 ਮਹੀਨੇ ਤੋਂ ਬਾਅਦ ਜੇਲ੍ਹ ਨਹੀਂ ਹੁੰਦੀ। ਸਰ ਉਹ ਕਹਿੰਦੇ ਮੈਂ ਤਾਂ 15 ਲੱਖ ਲੈਣਾ, ਕਿਹਾ ਮੇਰੇ ਕੋਲ ਹੈ ਨਹੀਂ, ਮੈਂ ਨਹੀਂ ਦਿੰਦਾ। ਜਾ ਜੱਜ ਨੂੰ ਕਹਿ ਮੈਂ ਨਹੀਂ ਦਿੰਦਾ ਜੀ, ਜਾਓ ਜਿਹੜੀ ਜੇਲ੍ਹ ਕਰਨੀ ਕਰ ਲਓ। 1.5 ਸਾਲ ਤੋਂ ਵੱਧ ਦੀ ਸਜ਼ਾ ਹੀ ਨਹੀਂ ਹੈਗੀ ਇਸ 'ਚ, ਕਰ ਲਓ ਜੀ ਅੰਦਰ। ਫਿਰ ਉਹ ਵੀ ਢਿੱਲੇ ਪੈ ਜਾਣੇ ਤਾਂ ਤਿਆਰ ਹੈ ਜਾਣ ਨੂੰ। ਫਿਰ 5 ਲੱਖ 'ਤੇ ਆ ਜਾਣਗੇ, ਜੋ ਚੱਲ ਜੋ ਮਿਲਦਾ ਉਹ 'ਤੇ ਤਿਆਰ ਜਾਣ ਨੂੰ। ਬਿਲ ਭੇਜ ਦਿਓ ਜੀ, ਮੈਂ ਨਹੀਂ ਦਿੰਦਾ, ਮੇਰੇ ਕੋਲ ਹੈ ਨਹੀਂ। ਕਦ ਦਿਆ ਮੈਨੂੰ, ਮੈਂ ਤੈਨੂੰ ਰੱਖਣਾ ਹੈ। ਅੜ ਜਾਓ, ਮੈਂ ਤੈਨੂੰ ਰੱਖਣਾ ਹੈ ਜੀ। ਜਦੋਂ ਆ ਜਾਏ 2 ਮਾਰੋ ਘਸੁੰਨ। ਜਾਂਦੀ ਹੈ ਕਿ ਨਹੀਂ ਤੂੰ? ਫਿਰ ਉਹ ਚਲੇ ਜਾਏ, ਨਾ ਜੀ ਮੈਂ ਤਾਂ ਕੁਛ ਨਹੀਂ, ਮੈਂ ਤੈਨੂੰ ਰੱਖਣਾ ਹੈ। ਉਹ ਫਿਰ ਭੇਜ ਦੇਣੇ, ਫਿਰ ਕੁਟਾਪਾ ਕਰੋ ਨਾ, ਉਹ ਚਾਹੇ ਨਾ ਜੀ ਮੈਂ ਤਾਂ ਰੱਖਣੀ ਹੈ ਜੀ। ਵਾਲੇ ਕਹਿੰ ਬਾਬਾ ਤੂੰ ਸਾਡਾ ਖੇੜਾ ਛੱਡ, ਤੇ ਤਾਂ ਕੁਛ ਨਹੀਂ ਲੈਂਦੇ। ਹਾਂ ਜਾ ਫਿਰ ਮੌਜ ਕਰ। ਹਾਂ, ਇਹ ਨਾ ਕਿਤੇ ਇਹਨਾਂ ਦੀ ਸਕੱਲੀ ਕਰਦੇ, ਤੁਹਾਨੂੰ ਵੀ ਦੱਸਦੇ, ਬਾਕੀ ਤੁਹਾਡੀ ਮਰਜ਼ੀ ਹੈ। ਕਿਤੇ ਕੋ ਪੱਖ ਪੂਰਦਾ ਜੀ ਇਹਨਾਂ ਦਾ। ਕੀਤਾ ਸੀ ਇੱਕ ਮੁੰਡੇ ਨੇ, ਕਹਿੰਦੇ ਭੇਜ ਦਿਓ ਜੀ। ਮੈਂ ਸੋ ਹੱਕਾ ਬੱਕਾ ਰਹਿ ਗਿਆ। ਉਹਨੂੰ ਵਕੀਲ ਨੇ ਦੱਸਿਆ ਬਸ ਤੁਹਾਡੇ, ਕਹਿੰਦਾ ਮੈਂ ਵਿਹਲਾ ਹੀ ਹਾਂ ਜੀ, ਮੇਰੀ ਕਿਹੜਾ ਸਰਕਾਰੀ ਨੌਕਰੀ ਹੈ, ਪ੍ਰਾਈਵੇਟ ਨੌਕਰੀ ਹੋਰ ਲੱਭ ਜੂਗੀ। ਜੱਜ ਨੂੰ ਭੇਜ ਦਿਓ ਜੀ, ਮੈਂ ਜਾਣ ਮੈਂ ਇਹਨੂੰ ਦਵਾਨੀ ਨਹੀਂ ਦੇਣੀ, ਕਹਿੰਦੇ ਮੈਂ ਤੈਨੂੰ ਰੱਖਣਾ। ਉਹ ਕਦੀ ਮੈਂ ਰਹਿਣਾ ਨਹੀਂ, ਕਿ ਜਾ ਫਿਰ ਮੈਂ ਤੈਨੂੰ ਦਵਾਨੀ ਨਹੀਂ ਦੇਣੀ ਹੈ। ਅਖੀਰ 'ਤੇ ਜੋ ਕਹਿੰਦੇ ਜੱਜ ਕਹਿੰਦਾ ਤੈਨੂੰ 1.5 ਸਾਲ ਕਦੇ ਕਰ ਦਿਓ ਜੀ। ਮੈਂ ਜਵਾਬ ਆਂਗਾ ਜੀ 2 ਰੋਟੀਆਂ ਹੀ ਖਾਣੀਆਂ, ਘਰ ਵੀ ਖਾਣੀ ਅਤੇ ਜੇਲ੍ਹ 'ਚ ਵੀ ਖਾਣੀ। ਹੋਰ ਮੈਨੂੰ ਮੈਂ ਕਿਹੜਾ ਕੋਈ ਇੱਥੇ ਜਿਹੜਾ ਐਸਾ ਕੰਮ ਕੀਤਾ ਵੀ ਜਿਹੜਾ ਮੈਨੂੰ ਜੇਲ੍ਹ ਵਾਲੇ ਤੰਗ ਕਰਨਗੇ। ਮੈਂ ਕੋਈ ਚੋਰੀ ਨਹੀਂ ਕੀਤੀ, ਕੋਈ ਡਾਕਾ ਨਹੀਂ ਮਾਰਿਆ, ਮੈਂ ਕੋਈ ਬਦਮਾਸ਼ੀ ਨਹੀਂ ਕੀਤੀ, ਮੈਂ ਕੋਈ ਬਲਾਤਕਾਰ ਨਹੀਂ ਕੀਤਾ। ਭੇਜ ਦਿਓ ਜੇਲ੍ਹ 'ਚ, ਭੇਜ ਦਿਓ। ਫਿਰ ਜੱਜ ਨੇ ਉਹਨਾਂ ਨੂੰ ਕਿਹਾ ਭਾਈ ਤੁਸੀਂ ਸਮਝੌਤਾ ਕਰ ਲਓ ਬਾਰ-ਬਾਰ। ਹਾਂ ਕਿਹੜਾ ਛੁੱਟ ਗਿਆ, ਉਹ ਕਹਿੰਦਾ ਮੈਂ ਤਿਆਰ ਹਾਂ ਜੀ। ਸੋ ਗੁਰੂ ਮਹਾਰਾਜ ਕਹਿੰਦੇ ਸਤਿਗੁਰ ਗਹਿਰ ਗੰਭੀਰ ਹੈ, ਸੁਖ ਸਾਗਰ ਅਗ ਖੰਡ। ਗਹਿਰ ਗੰਭੀਰ, ਬਹੁਤ ਗੰਭੀਰ, ਸਾਡੇ ਨੂੰ ਚੁਲਬਲਾ ਨਹੀਂ ਹੈ ਗੁਰੂ।
ਬੜੀ ਸੋਚ ਵਿਚਾਰ ਕੇ ਗੱਲ ਕਰ ਰਿਹਾ ਜਿਹੜਾ ਬੰਦਾ, ਉਹਨੂੰ ਕਹਿੰਦੇ ਇਹ ਬੰਦਾ ਗਹਿਰ ਗੰਭੀਰ ਹੈ। ਸੁਖ ਸਾਗਰ, ਗੁਰੂ ਸੁੱਖਾਂ ਦਾ ਸਾਗਰ ਹੈ। ਇੱਕ ਅੱਧਾ ਸੁੱਖ ਨਹੀਂ, ਬੇਅੰਤ ਸੁੱਖਾਂ ਦਾ ਮਾਲਕ ਹੈ। ਅੱਗ ਹੁੰਦਾ ਪਾਪ, ਜਿਹੜੇ ਵੱਡੇ ਵੱਡੇ ਪਾਪ ਨੇ ਉਹਨੂੰ ਅੱਗ ਕਿਹਾ। ਖੰਡ ਦਾ ਨਾਸ਼ ਕਰਨਾ। ਸਤਿਗੁਰੂ ਜੋ ਹਨ ਇਹ ਬਹੁਤ ਗੰਭੀਰ ਨੇ, ਇਹ ਸੁੱਖਾਂ ਦੇ ਸਾਗਰ ਨੇ, ਇਹ ਪਾਪਾਂ ਦਾ ਨਾਸ਼ ਕਰਨ ਵਾਲੇ ਹਨ। ਜਿਨ ਗੁਰ ਸੇਵਿਆ ਆਪਣਾ, ਜਮਦੂਤ ਨ ਲਾਗੈ ਡੰਡ। ਜਿਨ੍ਹਾਂ ਨੇ ਆਪਣੇ ਜਿਨ ਨੰਨੇ ਨੂੰ ਸਿਆਰੀ ਹੈ, ਜਿਸ ਨੇ ਇੱਕ ਵਚਨ ਹੈ। ਜਿਨ ਗੁਰ ਸੇਵਿਆ ਆਪਣਾ, ਜਿਸ ਨੇ ਵੀ ਆਪਣੇ ਗੁਰੂ ਦੀ ਸੇਵਾ ਕੀਤੀ, ਜਮਦੂਤ ਨ ਲਾਗੈ ਡੰਡ। ਡੰਡ ਮੈਨੇ ਡੰਡਾ, ਉਹਨਾਂ ਦੇ ਸਿਰ 'ਤੇ ਜਮਦੂਤਾਂ ਦਾ ਡੰਡਾ ਨਹੀਂ ਲੱਗਦਾ। ਪਾ ਜਮਦੂਤ ਉਹਨੂੰ ਕੁੱਟਦੇ ਨਹੀਂ, ਜਮਦੂਤ ਉਸ ਨੂੰ ਕੁਛ ਨਹੀਂ ਕਹਿੰਦੇ, ਜਿਹਨੇ ਆਪਣੇ ਗੁਰੂ ਦੀ ਸੇਵਾ ਕੀਤੀ ਹੈ। ਕਿਉਂਕਿ ਹਰ ਕੋਈ ਕਿਸੇ ਤੋਂ ਡਰਦਾ ਹੈ। ਜਮਦੂਤ ਨਾਮ ਤੋਂ ਡਰਦੇ ਨੇ, ਉਂਝ ਨਹੀਂ ਡਰਦੇ। ਇਹ ਦਾਰਾ ਪਹਿਲਵਾਨ ਤੋਂ ਵੀ ਨਹੀਂ ਡਰਦੇ। ਜਮਦੂਤ ਦਾਰਾ ਪਹਿਲਵਾਨ ਤੋਂ ਵੀ ਨਹੀਂ ਡਰਦੇ, ਇਹ ਨਾਮ ਤੋਂ ਡਰਦੇ ਨੇ, ਇਹ ਬਾਣੀ ਤੋਂ ਡਰਦੇ ਨੇ। ਆ ਰਿਹਾ ਜਮਦੂਤ ਨੇੜੇ, ਆ ਜਾ ਕਿ ਵਾਹਿਗੁਰੂ, ਉੱਥੇ ਭੱਜ ਜੂਗਾ, ਕੰਧ ਕੋਲੇ ਚਲੇ ਜਾਏਗਾ। ਫਿਰ ਨੇੜੇ ਨੇ ਕਿ ਵਾਹਿਗੁਰੂ, ਫਿਰ ਦੌੜ ਜਾਏਗਾ ਦੂਰ। ਤਾਕਤ ਹੀ ਨਹੀਂ ਪੈਂਦੀ। ਮੈਂ ਜਦ ਬਾਣੀ ਪੜ੍ਹਦਾ ਮੈਂ, ਕਿਉਂ ਇਹ ਨਾਮ 'ਚ ਇੰਨੀ ਤਾਕਤ ਹੈ। ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਭਗ ਜਾਏ। ਨਾਮ ਦਾ ਤਪ ਤੇਜ ਵੇਖ ਕੇ ਜਮਦੂਤ ਦੌੜ ਜਾਂਦਾ। ਕਹਿੰਦਾ ਇਹ ਜਮਦੂਤਾਂ ਤੋਂ ਵੀ ਡਰਨ ਦੀ ਲੋੜ ਨਹੀਂ। ਨਾਮ ਜਪਦੇ ਬਸ, ਜਮਦੂਤਾਂ ਨੇ ਆਉਣਾ ਹੀ ਨਹੀਂ। ਅਤੇ ਜੇ ਕਿਤੇ ਭੁਲੇਖੇ ਨਾਲ ਜਲੰਧਰ ਵਾਲੇ ਭਾਈ ਵਾਂਗੂ ਆ ਗਿਆ, ਉਹਨੇ ਕਹਿੰਦਾ ਵਾਹਿਗੁਰੂ, ਉਹਨੇ ਪਿੱਛੇ ਹਟ ਜਾਣਾ। ਉਹ ਫਿਰ ਹੱਥ ਪਾਉਣ ਲੱਗਦੇ, ਕਹਿੰਦੇ ਵਾਹਿਗੁਰੂ, ਉਹ ਫਿਰ ਪਿੱਛੇ ਹਟ ਜਾਂਦੇ ਸੀ। ਹਾਂਜੀ, ਗੁਰ ਨਾਲ ਤੁਲ ਨਾ ਲੱਗੇ। ਤੁਲ ਹੁੰਦਾ ਬਰਾਬਰ, ਗੁਰੂ ਦੇ ਬਰਾਬਰ ਦਾ ਕੋਈ ਵੀ ਨਹੀਂ ਹੈ। ਖੋਜ ਡਿਠਾ ਬ੍ਰਹਿਮੰਡ, ਮੈਂ ਸਾਰਾ ਬ੍ਰਹਿਮੰਡ ਖੋਜ ਕੇ ਵੇਖ ਲਿਆ। ਜਿਹਨੂੰ ਇਹਨੀ ਇੰਗਲਿਸ਼ ਕਹਿੰਦੇ ਯੂਨੀਵਰਸ। ਇੱਕ ਹੁੰਦਾ ਵਰਲਡ, ਉਹ ਤਾਂ ਸਾਰੀ ਆਪਣੀ ਧਰਤੀ ਹੈ, ਇਹਨੂੰ ਕਹਿੰਦੇ ਵਰਲਡ, ਸੰਸਾਰ। ਇੱਕ ਹੁੰਦਾ ਵਿਸ਼ਵ, ਜਿਹਨੂੰ ਹਿੰਦੀ ਵਾਲੇ ਕਹਿੰਦੇ ਨੇ ਵਿਸ਼ਵ, ਇੰਗਲਿਸ਼ ਵਾਲੇ ਕਹਿੰਦੇ ਯੂਨੀਵਰਸ, ਜਿਸ 'ਚ ਤ੍ਰੈਲੋਕੀ ਆਉਂਦੀ ਹੈ। ਆਕਾਸ਼ ਲੋਕ, ਪਤਾਲ ਲੋਕ, ਮਾਤ ਲੋਕ, ਸਭ ਕੁਛ ਆਉਂਦਾ ਹੈ। ਸੂਰਜ, ਚੰਨ, ਤਾਰੇ, ਜਿੰਨੇ ਬ੍ਰਹਿਮੰਡ, ਸਭ ਕੁਛ, ਉਹਨੂੰ ਕਹਿੰਦੇ ਨੇ ਵਿਸ਼ਵ, ਉਹਨੂੰ ਕਹਿੰਦੇ ਨੇ ਬ੍ਰਹਿਮੰਡ। ਕਹਿੰਦੇ ਮੈਂ ਸਾਰਾ ਬ੍ਰਹਿਮੰਡ ਖੋਜ ਕੇ ਵੇਖ ਲਿਆ, ਗੁਰੂ ਦੇ ਬਰਾਬਰ ਤਾਂ ਕੋਈ ਵੀ ਨਹੀਂ ਹੁੰਦਾ। ਨਾਮ ਨਿਦਾਨ ਸਤਿਗੁਰ ਦੀਆ, ਸੁਖ ਨਾਨਕ ਮਨ ਮਹਿ ਮੰਡ। ਗੁਰੂ ਕੀ ਕਰਦਾ? ਨਾਮ ਦਾ ਖਜ਼ਾਨਾ ਦੇ ਦਿੰਦਾ। ਨਾਮ ਨਿਦਾਨ ਸਤਿਗੁਰ ਦੀਆ, ਸਤਿਗੁਰੂ ਨੇ ਰਾਰਣ ਸਹਿਰੇ, ਸਤਿਗੁਰੂ ਨੇ। ਸਤਿਗੁਰੂ ਨੇ ਜਿਸ ਨੂੰ ਨਾਮ ਦਾ ਖਜ਼ਾਨਾ ਹੀ ਦੇਤਾ ਨਾ, ਸੁਖ ਨਾਨਕ ਮਨ ਮੈਂ ਮੰਡ, ਉਹ ਫਿਰ ਮਨ 'ਚ ਸੁੱਖ ਮਾਣਦਾ ਹੈ। ਮਨ ਹੁੰਦਾ ਮਾਨਣਾ, ਉਹ ਫਿਰ ਮਨ 'ਚ ਸੁੱਖਾਂ ਨੂੰ ਮਾਣਦਾ ਹੈ। ਸ਼੍ਰੀ ਰਾਗ ਮਹਿਲਾ ਪੰਜਵਾਂ। ਬਿਠਾ ਕਰਕੇ ਖਾਇਆ, ਕੌੜਾ ਉਪਜਿਆ ਸਾਧ। ਭਾਈ ਮੀਤ ਸੁਰਿਦ ਕੀਏ, ਵਿਖਿਆ ਰਚਿਆ ਬਾਦ। ਜਾਂਦੇ ਬਿਲੰਮ, ਕਿਆ ਰੱਖਣਾ ਜੀ? ਸੰਸਕ੍ਰਿਤ ਦਾ ਸ਼ਬਦ ਹੈ ਵਿਲੰਮ, ਵਾਵੇ ਨੂੰ ਸਿਆਰੀ, ਲੱਲੇ 'ਤੇ ਟਿੱਪੀ ਮੰਮਾ। ਵਿਲੰਮ ਦੇਰੀ ਨੂੰ ਕਹਿੰਦੇ ਨੇ। ਕਈ ਸਾਲਾਂ ਦੀ ਗੱਲ ਹੈ, ਮੈਂ ਅੰਬਾਲੇ ਕੈਂਟਨਾ ਰੇਲਵੇ ਸਟੇਸ਼ਨ 'ਤੇ ਖੜ੍ਹਾ, ਗੱਡੀ ਫੜਨੀ ਸੀ ਮੈਂ। ਜਿਹੜੀ ਅਨਾਊਂਸਰ ਸੀ ਲੇਡੀ, ਉਹ ਬੋਲ ਰਹੀ ਹੈ, गाड़ी नंबर इतना 5 मिनट विलंब से आ रही है। मैं दस इनू पूछे भी इतने कोई संस्कृत के ज्ञाता बैठे ने ਜਿਹੜੇ ਸਮਝਣਗੇ 5 ਮਿੰਟ ਵਿਲੰਬ ਸੇ ਆ ਰਹੀ ਹੈ। ਵੀ ਤੂੰ ਸਿੱਧਾ ਬੋਲ ਇੰਨੇ ਨੰਬਰ ਗੱਡੀ 5 ਮਿੰਟ ਲੇਟ ਆ ਰਹੀ ਹੈ। ਲੇਟ ਹਾਲਾਂਕਿ ਇੰਗਲਿਸ਼ ਦਾ ਸ਼ਬਦ ਹੈ, ਪਰ ਇਹ ਅਨਪੜ੍ਹਾਂ ਨੂੰ ਵੀ ਪਤਾ। ਕਹਿੰਦੇ ਗਾੜੀ ਨੰਬਰ ਇਤਨਾ 5 ਮਿੰਟ ਵਿਲੰਬ ਸੇ ਆ ਰਹੀ ਹੈ। ਵਿਲੰਬ ਹੁੰਦੇ ਦੇਰੀ, ਉਹ ਤਾਂ ਪੰਜਾਬੀ ਬਣਾ ਬੱਬਾ ਵਿਲੰਬ।
ਇਹਨੂੰ ਬਿਲਮ ਨਹੀਂ ਪੜਨਾ, ਖਿਆਲ ਰੱਖਣਾ ਜੀ। ਜਾਂਦੇ ਬਿਲਮ ਨਾ ਹੋਵੇ, ਵਿਨ ਨਾਮੇ ਬਿਸਮਾਦ। ਮਿੱਠਾ ਕਰਕੇ ਖਾਇਓ, ਕੌੜਾ ਉਪਜਿਆ ਸਾਧ। ਮਿੱਠਾ ਸਮਝ ਕੇ ਖਾਧਾ ਅਤੇ ਸਵਾਦ ਹੋਇਆ ਕੌੜਾ। ਮਾਇਆ ਇਕੱਠੀ ਕੀਤੀ, ਪਿਆ ਬੜਾ ਆਨੰਦ ਆਏਗਾ। ਉਹ ਹੋ ਗਈ ਦੁੱਖ ਰੂਪ। ਡਾਕੂ ਆਏ, ਲੁੱਟ ਕੇ ਸਾਰੀ ਲੈ ਗਏ, ਹੋ ਗਿਆ ਦੁੱਖ ਰੂਪ। ਇੱਕ ਵਿਚਾਰੀ ਜਨਾਨੀ ਕੱਲ੍ਹ ਪਾਸੇ ਰੋਂਦੀ ਧੋਂਦੀ ਆਈ, ਕਹਿੰਦੀ ਮੇਰੇ ਮਾਮੇ ਦਾ ਲੜਕਾ ਹੀ ਮੇਰਾ 45 ਤੋਲੇ ਸੋਨਾ ਚੱਕ ਕੇ ਲੈ ਗਿਆ ਹੈ ਜੀ। ਮੈਂ ਤੁਹਾਨੂੰ ਕਿਵੇਂ ਪਤਾ? ਕਦੋਂ ਉਹੀ ਆਇਆ ਸੀ ਰਾਤੀ ਜੀ। ਉਹ ਨਸ਼ਈ ਸੀ ਅਤੇ ਉਹ ਜਿਹੜਾ ਹੈ ਉਹ ਚੱਕ ਕੇ ਲੈ ਗਿਆ। ਹੁਣ ਥਾਣੇ ਵਾਲੇ ਨੂੰ ਮੈਂ ਕਿਹਾ ਸੀ, ਫਿਰ ਮੈਂ ਭਾਈ ਕਰੋ ਕੁਛ। ਕਹਿੰਦੇ ਜੀ ਇਹ ਨਾ ਮੰਨ ਨਹੀਂ ਰਿਹਾ। 5 ਤੋਲੇ ਅਜੇ ਮੰਨੇ ਵੀ ਮੈਂ ਫਲਾਣੇ ਸੁਨਿਆਰੇ ਨੂੰ ਵੇਚਿਆ ਹੈ। ਸੁਨਿਆਰੇ ਨੂੰ ਚੱਕ ਲੈਂਦਾ, ਹਾਂ ਕਹਿੰਦਾ ਮੈਨੂੰ ਇੰਨੇ ਦਾ ਵੇਚਿਆ ਇਹਨੇ। ਉਹ ਕਹਿੰਦੇ ਪੈਸੇ ਕਿੱਥੇ? ਕਹਿੰਦੇ ਉਹ ਤਾਂ ਮੈਂ ਨਸ਼ੇ 'ਚ ਵਰਤ ਗਿਆ। ਬਾਕੀ 40 ਤੋਲੇ ਕਹਿੰਦਾ ਮੈਨੂੰ ਪਤਾ ਹੀ ਨਹੀਂ, ਯਾਦ ਹੀ ਨਹੀਂ ਮੈਂ ਕਿੱਥੇ ਰੱਖੇ ਹਨ। ਫਿਰ ਉਹ ਜਦ ਪਤਾ ਕੀਤਾ, ਫਿਰ ਉਹ ਉੱਥੋਂ ਇੱਕ ਪੁਲਿਸ ਵਾਲਾ ਬੋਲਿਆ, ਕਹਿੰਦੇ ਬਾਬਾ ਜੀ ਵੀ ਹੁਣ ਅਸੀਂ ਉਹਨੂੰ CI ਸਟਾਫ 'ਚ ਭੇਜਣ ਲੱਗੇ, ਕਿਉਂਕਿ ਜਿਹੜੇ ਥਾਣੇ ਵਾਲੇ ਨਾ ਇਹਨਾਂ ਦੀ ਕੁੱਟਣ ਦੀ ਇੱਕ ਹੱਦ ਹੁੰਦੀ ਹੈ, ਉਦੋਂ ਵੱਧ ਨਹੀਂ ਕੁੱਟ ਸਕਦੇ। ਫਿਰ CI ਸਟਾਫ ਕੋਲ ਭੇਜेंगे ਆ ਮਾਈਕੀ ਸਰਾਂ 'ਚ। ਇੱਕ ਉੱਥੇ ਲੱਡਾ ਕੋਠੀ ਹੈ ਸੰਗਰੂਰ ਜ਼ਿਲ੍ਹੇ 'ਚ, ਉੱਥੇ ਫਿਰ ਭੇਜਦੇ ਨੇ। ਉੱਥੇ ਫਿਰ ਟਾਰਚਰ ਕਰਦੇ ਨੇ। ਹਾਂ, ਟਾਰਚਰ ਕਰਨ ਦੇ ਟੌੜਾ ਸਾਹਿਬ ਕਹਿੰਦੇ ਸੀ 42 ਤਰੀਕੇ ਨੇ ਪੁਲਿਸ ਕੋਲ ਟਾਰਚਰ ਕਰਨ ਦੇ। ਉੱਥੇ ਫਿਰ ਵੱਡੇ ਵੱਡੇ ਮੰਨ ਜਾਂਦੇ ਨੇ। ਜਿਹੜੇ ਆਪਣੇ ਆਪ ਨੂੰ ਫੰਨੇ ਖਾਂ ਕਹਿੰਦੇ ਨਾ, ਉਹ ਵੀ ਉੱਥੇ ਮੰਨ ਜਾਂਦੇ ਨੇ। ਹਾਂਜੀ, ਕਹਿੰਦੇ ਜੀ ਉੱਥੇ ਭੇਜਾਂਗੇ ਫਿਰ ਕੋਈ ਗੱਲ ਹੋ ਸਕਦੀ ਹੈ। ਇੱਥੇ ਸਾਡੇ ਕੁੱਟਿਆਂ 'ਤੇ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਮੈਂ ਕਿੱਥੇ ਰੱਖਦੇ ਨੇ। ਖੈਰ ਮਿੱਠਾ ਕਰਕੇ ਖਾਇਆ, ਮਿੱਠਾ ਕਰ ਖਾਦੇ। 45 ਤੋਲੇ ਸੋਨਾ 50 ਨਾਲ ਗੁਣਾ ਕਰ ਲਓ, ਕਿੰਨੇ ਲੱਖ ਦਾ? ਕਿੰਨੇ ਲੱਖ? 22.5 ਲੱਖ ਦਾ ਹੋ ਗਿਆ। ਹਾਲੇ ਤੇ ਹੁਣ ਕਈ ਦਿਨਾਂ ਦਾ ਕੁੱਟ ਖਾਈ ਜਾਂਦਾ ਹੈ। ਫਿਰ ਉਹਦੇ ਬਾਪ ਨੂੰ ਚੱਕ ਲੈਂਦਾ ਪੁਲਿਸ ਵਾਲਿਆਂ ਨੇ, ਇਹਨੂੰ ਚੱਕ ਲਓ। ਕਿ ਦੇਖੋ ਕੀ ਮਿੱਠਾ ਕਰਕੇ ਖਾਇਆ, ਕੌੜਾ ਉਪਜਿਆ ਸਾਧ। ਸਵਾਦ ਕੌੜਾ ਨਿਕਲਿਆ ਕਦੇ। ਇਹ ਮੈਨੂੰ ਕਿ ਕਈ ਵਾਰੀ ਲਾਲਚ 'ਚ ਆ ਕੇ ਨਾ ਕੋਈ ਕੰਮ ਕਰਦਾ, ਮੈਨੂੰ ਇਸ ਤੋਂ ਫਾਇਦਾ ਹੋਏਗਾ, ਕਈ ਵਾਰੀ ਉਲਟਾ ਨੁਕਸਾਨ ਹੋ ਜਾਂਦਾ ਹੈ। ਭਾਈ ਮੀਤ ਸੁਰਿਧ ਕੀਏ, ਵਿਖਿਆ ਰਚਿਆ ਬਾਦ। ਭਰਾ ਬਣਾ ਲਏ, ਮਿੱਤਰ ਬਣਾ ਲਏ। ਸੁਰਿਧ ਹੁੰਦੇ ਜਿਹੜੇ ਹਿਰਦੇ ਨੂੰ ਪਿਆਰੇ ਲੱਗਣ, ਪਿਆਰੇ ਭਰਾ ਨੇ, ਪਿਆਰੇ ਮਿੱਤਰ ਨੇ। ਵਿਖਿਆ ਰਚਿਆ ਬਾਦ, ਪਰ ਇਸ ਮਾਇਆ ਦੀ ਖਾਤਰ ਉਹਨਾਂ ਨਾਲ ਝਗੜਾ ਹੋ ਗਿਆ ਹੈ। ਮਾਇਆ ਕਾਰਨ ਹੁਣ ਆਪਣੇ ਮਿੱਤਰਾਂ ਨਾਲ, ਆਪਣੇ ਭਰਾਵਾਂ ਨਾਲ ਝਗੜੇ ਕਰਦਾ ਹੈ। ਇੱਕ ਬੰਦਾ ਮੇਰੇ ਕੋਲ ਆਇਆ, ਫੋਰਨ ਗਿਆ ਸੀ, ਕਹਿੰਦਾ ਮੇਰਾ ਘਰ ਮੇਰੇ ਭਰਾਵਾਂ ਨੇ ਦਬ ਲਿਆ ਜੀ। ਮਗਰੋਂ ਆਪ ਸ਼ਹਿਰ 'ਚ ਰਹਿੰਦਾ, ਘਰ ਪਿੰਡ 'ਚ ਕਰਦੇ ਪਲੇ। ਮੈਂ ਮੇਰੀ ਗੱਲ ਸੁਣ ਲੈ ਧਿਆਨ ਨਾਲ, ਮੈਂ ਵੀ ਜੱਟ, ਮੈਨੂੰ ਇਹਨਾਂ ਦੇ ਸੁਭਾਵਾਂ ਦਾ ਪਤਾ ਬੜੀ ਚੰਗੀ ਤਰ੍ਹਾਂ। ਇਹ ਤਾਂ 2-2 ਇੰਚ ਵਾਟੀ ਵੱਢੀ ਜਾਂਦੇ ਨੇ ਗੁਆਂਢੀ ਦੀ। ਇਹਨੇ ਤੇਰੀ ਜ਼ਮੀਨ ਦੱਬ ਲੈਣੀ ਹੈ, ਇਹਨਾਂ ਨੂੰ ਪਤਾ ਹੀ ਨਹੀਂ ਲੱਗਣ ਦੇਣਾ। ਉਹਦੀ ਪਤਾ ਲੱਗ ਜਦੋਂ ਵਿਕ ਜੇ, ਆਪਣੀ ਜ਼ਮੀਨ ਵੇਚ ਦੇ। ਜ਼ਮੀਨ ਵੇਚ ਕੇ ਆਪਣੇ ਬੈਂਕ 'ਚ ਪੈਸੇ ਰੱਖ ਦਿਓ, ਨਾ ਹੈ ਨਾ ਖੈ। ਬਾਅਦ 'ਚ ਆਪਣੀ ਕੋਠੀ ਵੇਚੋ, ਪਲਾਟ ਵੇਚੋ, ਅਤੇ ਆਪਣਾ ਤੁਹਾਡਾ ਬੱਚਾ ਫੋਰਨ ਕੰਟਰੀ ਗਿਆ ਹੋਇਆ, ਤੁਸੀਂ ਵੀ ਜਾਣਾ। ਇੱਕੋ ਇੱਕ ਤੁਹਾਡਾ ਮੁੰਡਾ, ਉਹ ਫੋਰਨ ਕੰਟਰੀ ਗਿਆ ਹੋਇਆ ਬੜੇ ਸਾਲਾਂ ਦਾ, ਉੱਥੇ ਪੱਕਾ ਹੈ। ਤੁਸੀਂ ਬੁਢਾਪੇ 'ਚ ਉੱਥੇ ਜਾਣਾ ਹੀ ਜਾਣਾ ਹੈ। ਸਭ ਵੇਚ ਵੱਟ ਕੇ ਤੁਰਦੇ ਬਣੋ, ਨਹੀਂ ਤਾਂ ਕੌਣ ਝਗੜੇ ਕਰਦਾ ਫਿਰੇਗਾ ਇਹਨਾਂ ਨਾਲ। ਉਹ ਝਗੜਿਆਂ 'ਚ ਉਹਨੇ ਤੁਹਾਨੂੰ ਪੁਲਿਸ ਵਾਲਿਆਂ ਨੂੰ ਪੈਸੇ ਦੇ ਕੇ ਤੁਹਾਨੂੰ ਫਸਾ ਲੈਣਾ। ਨਾ ਤੁਸੀਂ ਇੱਧਰ ਦੇ ਰਹੋਗੇ, ਨਾ ਉੱਧਰ ਦੇ ਰਹੋਗੇ। ਇਹ ਵੀ ਸੀ ਕਿ ਇੱਕ ਬੰਦੇ ਨੇ ਆਪਣਾ ਭਰਾ ਪ੍ਰੇਰ ਕੇ, ਤੂੰ ਯਾਰ ਪੜ੍ਹਿਆ ਲਿਖਿਆ ਵਧੀਆ, ਤੂੰ ਫੋਰਨ ਕੰਟਰੀ ਚਲਿਆ ਜਾ। ਫੋਰਨ ਕੰਟਰੀ ਭੇਜਦਾ। ਹੌਲੀ ਹੌਲੀ ਉੱਥੇ ਪੱਕਾ ਹੋ ਗਿਆ। ਉਹਨੂੰ ਹੋ ਗਿਆ ਇਹ ਤਾਂ ਹੁਣ ਪੱਕਾ ਹੋ ਗਿਆ, ਇਹ ਨਹੀਂ ਹੁਣ ਆਉਂਦਾ।
ਇਹਦੀ ਜ਼ਮੀਨ, ਇਹਦਾ ਸਭ ਕੁਝ ਹੁਣ ਮੈਂ ਹੀ ਵਰਤਾਂਗਾ। ਦੋ ਹੀ ਭਰਾ ਸਨ। ਪਤਾ ਲੱਗਿਆ ਉਹ ਆ ਰਿਹਾ ਹੈ। ਕਹਿੰਦੇ ਬੜੀ ਖੁਸ਼ੀ ਹੈ ਭਰਾਵਾ ਕੇ ਮਿਲ ਜਾ, ਕਈ ਸਾਲ ਹੋ ਗਏ ਤੂੰ ਮਿਲ ਕੇ ਨਹੀਂ ਗਿਆ ਹੈ। ਪੁਲਿਸ ਵਾਲੇ ਨੇ ਦਿੱਤਾ 1 ਲੱਖ ਰੁਪਈਆ, ਜਿਹੜਾ ਪਿੰਡ ਰਹਿੰਦਾ ਸੀ ਭਰਾ, ਉਹਨਾਂ ਨੂੰ ਵਿਖਾਤਾ, ਫੋਟੋ ਵਿਖਾਤੀ, ਉਂਝ ਵੀ ਵਿਖਾਤਾ। ਜਦੋਂ ਆ ਗਿਆ ਵੀ ਆਹ ਮੇਰਾ ਭਰਾ ਹੈ, ਬਈ ਕੋਈ ਨਾ ਕੋਈ ਚੀਜ਼ ਇਹਦੇ ਵਿੱਚ ਮਾਰੋ, ਉਲਟਾ ਫਿਰ ਇਹਨੂੰ ਫੜ ਕੇ ਲੈ ਜਾਓ ਵੀ ਤੂੰ ਕਾਰ ਸਾਡੇ ਮੋਟਰਸਾਈਕਲ 'ਚ ਮਾਰੀ ਹੈ, ਮੋਟਰਸਾਈਕਲ ਆਪ ਇਹਦੀ ਕਾਰ 'ਚ ਮਾਰੋ ਅਤੇ ਫਿਰ ਇਹਨੂੰ ਫੜ ਕੇ ਥਾਣੇ ਲੈ ਜਾਓ। ਫਿਰ ਇਹਨੂੰ ਕਹੋ ਵੀ ਦੇਖ ਓਏ, ਕਹਿੰਦਾ ਫਿਰ ਮੈਂ ਤੁਹਾਡੇ ਕੋਲ ਆਵਾਂਗਾ ਵੀ ਮੇਰਾ ਭਰਾ ਹੈ ਜੀ, ਇਹਨੂੰ ਛੱਡ ਦਿਓ ਜੀ। ਅਤੇ ਤੁਸੀਂ ਕਹੋ ਵੀ ਦੇਖੋ ਜੀ, ਇਸ 'ਤੇ ਪਰਚਾ ਹੋ ਗਿਆ ਹੁਣ ਦਰਜ, ਅਸੀਂ ਨਹੀਂ ਇਹਨੂੰ ਛੱਡ ਸਕਦੇ, ਠੀਕ ਹੈ। ਅਸੀਂ ਇੱਕ ਕੰਮ ਕਰ ਸਕਦੇ ਹਾਂ, ਸਾਨੂੰ ਦਿਓ 1 ਲੱਖ ਰੁਪਈਆ, ਅਸੀਂ ਰਾਤੇ ਰਾਤ ਨੂੰ ਭਜਾ ਦਿੰਦੇ ਹਾਂ, ਬਸ ਅਸੀਂ ਤਾਂ ਆਹ ਕਰ ਸਕਦੇ ਹਾਂ, ਨਹੀਂ ਤਾਂ ਜਾ ਨਹੀਂ ਸਕਦਾ, ਅਸੀਂ ਫੜ ਲਿਆ। 1 ਲੱਖ ਤਾਂ ਪਹਿਲਾਂ ਉਹਨੇ ਆਪ ਦਿੱਤਾ ਪੁਲਿਸ ਵਾਲਿਆਂ ਨੂੰ, 1 ਲੱਖ ਉਸ ਤੋਂ ਦਿਲਾਇਆ ਪੁਲਿਸ ਵਾਲਿਆਂ ਨੂੰ, ਰਾਤੇ ਰਾਤ ਦਿੱਲੀ ਭੇਜਤਾ ਉਹਨੂੰ, ਉਹ ਤਾਂ ਹਵਾਈ ਜਹਾਜ਼ ਫੜ ਲੈ, ਵਾਪਸ ਟਿਕਟ ਲੈ ਲਾ। ਹੁਣ ਜਦੋਂ ਕਦੇ ਆਉਣ ਦੀ ਗੱਲ ਕਦੇ ਦੇਖ ਲੈ, ਕਹਿੰਦਾ ਤੇਰੇ ਵਿਰੁੱਧ ਜੇ ਮੁਕੱਦਮਾ ਉਹਨਾਂ ਦਰਜ ਕੀਤਾ ਹੋਇਆ ਅਤੇ ਉੱਥੇ ਲਿਖਿਆ ਭਗੌੜਾ ਹੋ ਗਿਆ, ਜੇ ਤੂੰ ਆਇਆ ਨਾ ਤੈਨੂੰ ਮੁੜ ਕੇ ਨਾ ਫਿਰ ਫੜ ਲੈਣਾ। ਚੱਲ ਹੁਣ ਨਾ ਉਹ ਆਵੇ, ਮਗਰ ਉਹਦਾ ਸਭ ਕੁਝ ਦੱਬ ਲਿਆ, ਸਭ ਕੁਝ ਦੱਬ ਲਿਆ। ਤਾਂ ਕਹਿੰਦੇ ਭਾਈ ਮੀਤ ਸੋ ਰਿੱਧ ਕੀਏ, ਭਰਾ ਮਿੱਤਰ ਬੜਾ ਪਿਆਰ ਕੀਤਾ, ਪਿਆਰੇ ਬਣਾ ਲਈ, ਵਿਖਿਆ ਰਚਿਆ ਬਾਦ, ਪਰ ਮਾਇਆ ਦੀ ਖਾਤਰ ਬਾਅਦ ਨਾਲ ਲੜਾਈ ਝਗੜਾ, ਉਹਨਾਂ ਨਾਲ ਲੜਾਈ ਝਗੜਾ ਹੋ ਗਿਆ। ਪਰ ਜਿਸ ਮਾਇਆ ਦੀ ਖਾਤਰ ਲੜਾਈ ਝਗੜਾ ਹੋ ਰਿਹਾ ਨਾ, ਜਾਂਦੇ ਬਿਲੰਬ ਨਾ ਹੋਵੇ, ਵਿਨ ਨਾਮੇ ਬਿਸਮਾਦ, ਇਹ ਮਾਇਆ ਜਾਂਦਿਆਂ ਦੇਰ ਨਹੀਂ ਲੱਗਣੀ। ਨਾਮ ਤੋਂ ਬਿਨਾਂ ਤਾਂ ਬੰਦਾ ਹੈਰਾਨ ਪਰੇਸ਼ਾਨ ਰਹਿ ਜਾਂਦਾ ਵੀ ਆਹ ਕੀ ਹੋ ਗਿਆ। ਇਸ ਲਈ ਨਾਮ ਜਪੋ ਭਾਈ। ਇਹ ਮਤ ਸੋਚੋ ਫਲਾਣਾ ਮੇਰੀ ਮਦਦ ਕਰੇਗਾ ਜੀ, ਫਲਾਣਾ ਮੇਰਾ ਮਿੱਤਰ ਹੈ ਜੀ, ਫਲਾਣਾ ਮੇਰਾ ਭਰਾ ਹੈ ਜੀ, ਨਾ। ਅਸਲ ਮਿੱਤਰ ਪਰਮਾਤਮਾ ਹੈ, ਅਸਲ ਮਿੱਤਰ ਗੁਰੂ ਹੈ। ਮੇਰੇ ਮਨ ਸਤਿਗੁਰ ਕੀ ਸੇਵਾ ਲਾਗ, ਜੋ ਦੀਸੈ ਸੋ ਵਿਨਸਨਾ, ਮਨ ਕੀ ਮਤ ਤਿਆਗ। ਹੇ ਮੇਰੇ ਮਨਾ, ਤੂੰ ਗੁਰੂ ਦੀ ਸੇਵਾ 'ਚ ਲੱਗ ਜਾ, ਗੁਰੂ ਦੀ ਸੇਵਾ ਕਰਿਆ ਕਰ। ਜੋ ਦੀਸੈ ਸੋ ਵਿਨਸਨਾ, ਜੋ ਦਿਖਾਈ ਦੇ ਰਿਹਾ ਹੁਣ ਤਾਂ ਸਭ ਨੇ ਨਾਸ ਹੋ ਜਾਣਾ। ਵਿਨਸਨਾ ਹੁੰਦਾ ਨਾਸ ਹੋ ਜਾਣਾ, ਬਿਨਸ ਜਾਣਾ। ਜੋ ਇਹਨਾਂ ਅੱਖਾਂ ਨਾਲ ਦਿਖਾਈ ਦੇ ਰਿਹਾ ਉਸਨੇ ਤਾਂ ਨਾਸ ਹੋ ਜਾਣਾ। ਮਨ ਕੀ ਮਤ ਤਿਆਗ, ਇਸ ਲਈ ਤੂੰ ਮਨ ਦੀ ਮਤ ਛੱਡ। ਮਨ ਦੀ ਮਤ ਛੱਡੇਗਾ ਤਾਂ ਹੀ ਗੁਰੂ ਦੀ ਮਤ ਗ੍ਰਹਿਣ ਕਰੇਗਾ ਨਾ। ਜਾਂ ਗੁਰੂ ਦੀ ਮਤ ਗ੍ਰਹਿਣ ਕਰ ਲੈ, ਮਨ ਦੀ ਮਤ ਆਪੇ ਖਤਮ ਹੋ ਜਾਏਗੀ। ਮਨੁੱਖ ਲਈ ਮੈਂ ਦੇਖਿਆ ਛੱਡਣਾ ਮੁਸ਼ਕਿਲ ਹੈ। ਜਿਵੇਂ ਮੈਂ ਕਿਸੇ ਨੂੰ ਕਹਾਂ ਭਈ ਇੱਥੇ ਉਹ ਆਵੇ ਜਿਹੜਾ ਨੰਬਰ 1 ਹਰਾਮ ਦੀ ਕਮਾਈ ਨਹੀਂ ਕਰਦਾ, ਨੰਬਰ 2 ਜਿਹੜਾ ਕੋਈ ਨਸ਼ਾ ਨਹੀਂ ਕਰਦਾ, ਨੰਬਰ 3 ਜਿਹਦਾ ਬਗਾਨੀ ਜਨਾਨੀ ਕੋਈ ਸੰਬੰਧ ਨਹੀਂ, ਉਹ ਇੱਥੇ ਆਵੇ। ਕੋਈ ਨਹੀਂ ਆਏਗਾ। ਕੌਣ ਆਏਗਾ? ਨਹੀਂ, ਆਓ। ਹੁਣ ਕਹਾ ਆਓ, ਜਿਹੋ ਜਿਹੇ ਵੀ ਹੋ ਤੁਸੀਂ ਆਓ, ਆਪੇ ਗੁਰੂ ਮਹਾਰਾਜ ਕਿਰਪਾ ਕਰਦੇ। ਹੌਲੀ ਹੌਲੀ ਜਿਉਂ-ਜਿਉਂ ਸੁਣੀ ਜਾਏਗਾ, ਸੁਣੀ ਜਾਏਗਾ, ਅਸਰ ਹੁੰਦਾ ਜਾਏਗਾ, ਹੁੰਦਾ ਜਾਏਗਾ, ਹੁੰਦਾ ਜਾਏਗਾ, ਬਦਲਦਾ ਜਾਏਗਾ, ਬਦਲ ਜਾਏਗਾ। ਗੁਰੂ ਮਹਾਰਾਜ ਤੇ ਆਪ ਗਏ, ਉਹ ਆਪ ਹਰਾਮ ਦੀ ਕਮਾਈ ਵਾਲਿਆਂ ਕੋਲ ਉਹ ਆਪ ਗਏ। ਜਿਹੜਾ ਗੁਰੂ ਦੀ ਸੰਗਤ ਕਰੇਗਾ ਹੌਲੀ 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 ਆਪੇ ਹੀ ਬਦਲ ਜਾਏਗਾ। ਇਸ ਲਈ ਪਹਿਲਾਂ ਕੋਈ ਸ਼ਰਤ ਨਹੀਂ ਰੱਖਣੀ। ਆਓ ਭਾਈ ਸਤਸੰਗ 'ਚ ਆਓ। ਸੋ ਗੁਰੂ ਮਹਾਰਾਜ ਕਹਿੰਦੇ ਜੋ ਦੀਸੈ ਸੋ ਵਿਨਸਨਾ, ਮਨ ਕੀ ਮਤ ਤਿਆਗ। ਹੇ ਇਨਸਾਨ, ਤੂੰ ਮਨ ਦੀ ਮਤ ਛੱਡ ਦੇ। ਜੋ ਤੂੰ ਤੈਨੂੰ ਦਿਖਾਈ ਦੇ ਰਹੇ ਨੇ ਇਹ ਤਾਂ ਸਭ ਨਾਸ ਹੋ ਜਾਣਾ ਹੈ। ਇਹਦੇ ਨਾਲ ਕੀ ਚੰਬੜਿਆ ਹੋਇਆ ਹੈ। ਰਹਾਓ ਜਿਉਂ ਕੂਕਰ ਹਰਕਾਇਆ, ਧਾਵੈ ਦੈਦ ਸਜਾਏ। ਲੋਭੀ ਜੰਤ ਨ ਜਾਣਈ, ਭਖ ਅਭਖ ਸਭ ਖਾਏ।
ਕਾਮ ਕ੍ਰੋਧ ਮਦ ਵਿਆਪਿਆ ਫਿਰ ਜੋਨੀ ਪਾਏ। ਕੂਕਰਨ ਦਾ ਕੁੱਤਾ ਹਰਕਾਇਆ ਮੈਨੇ ਹਲਕਿਆ, ਧਾਵਿਆ ਹੁੰਦਾ ਭੱਜਿਆ ਫਿਰਦਾ ਦੈ ਦਿਸ ਦਸਾਂ ਦਿਸ਼ਾਵਾਂ 'ਚ। ਜਿਵੇਂ ਹਲਕਿਆ ਹੋਇਆ ਕੁੱਤਾ ਦਸਾਂ ਦਿਸ਼ਾਵਾਂ 'ਚ ਭੱਜਿਆ ਫਿਰਦਾ, ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ। ਲੋਭੀ ਜੰਤ ਨਾ ਜਾਣੀ, ਇਸ ਤਰ੍ਹਾਂ ਲਾਲਚੀ ਬੰਦਾ ਹੈ। ਜਦੋਂ ਕੁੱਤਾ ਹਲਕ ਜਾਂਦਾ ਹੈ ਉਹਨੂੰ ਫਿਰ ਕੋਈ ਪਤਾ ਨਹੀਂ ਲੱਗਦਾ ਮੇਰਾ ਮਾਲਕ ਕੌਣ ਹੈ ਅਤੇ ਹੋਰ ਕੌਣ ਹੈ। ਉਹ ਆਪਣੇ ਮਾਲਕ ਨੂੰ ਵੀ ਵੜ ਸਕਦਾ, ਉਹ ਆਪਣੇ ਮਾਲਕ ਨੂੰ ਵੀ ਵੜ ਸਕਦਾ ਹੈ। ਇਸ ਤਰ੍ਹਾਂ ਜਿਹੜਾ ਲਾਲਚੀ ਬੰਦਾ ਹੁੰਦਾ ਨਾ, ਇਹ ਕਿਸੇ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਭਖ ਅਭਖ ਸਭ ਖਾਏ। ਭਖ ਹੁੰਦਾ ਖਾਣ ਵਾਲੀ ਚੀਜ਼, ਅਭਖ ਜਿਹੜੀ ਖਾਣ ਵਾਲੀ ਨਹੀਂ ਹੈ, ਇਹ ਸਭ ਕੁਛ ਹੀ ਖਾ ਜਾਂਦਾ ਹੈ। ਭਾ ਜੋ ਕੰਮ ਕਰਨ ਵਾਲਾ ਉਹ, ਅਤੇ ਜਿਹੜਾ ਨਹੀਂ ਕਰਨ ਵਾਲਾ ਉਹ ਵੀ ਕਰਦਾ ਹੈ। ਲਾਲਚੀ ਹੈ ਨਾ, ਲਾਲਚੀ ਬੰਦਾ ਜਿਹੜਾ ਲੋਭੀ ਜੰਤ ਨਾ ਜਾਣੀ। ਲਾਲਚੀ ਬੰਦੇ ਨੇ ਪਤਾ ਹੀ ਨਹੀਂ ਕਿ ਚੀਜ਼ ਖਾਣ ਯੋਗ ਨਹੀਂ ਹੈ, ਉਹ ਅਭਖ ਨੂੰ ਵੀ ਖਾ ਰਿਹਾ ਹੈ, ਭਖ ਰਿਹਾ ਹੈ। ਕਾਮ ਕ੍ਰੋਧ ਮਦ ਵਿਆਪੇ। ਮਦ ਹੰਕਾਰ ਨੂੰ ਕਹਿੰਦੇ ਨੇ। ਮਨੁੱਖ ਕਾਮ ਕ੍ਰੋਧ ਅਤੇ ਹੰਕਾਰ ਦੇ ਵਿੱਚ ਫਸਿਆ ਹੋਇਆ ਹੈ, ਵਿਆਪਿਆ ਫਸਿਆ ਹੋਇਆ ਹੈ। ਫਿਰ ਜੋਨੀ ਪਾਏ। ਵਾਰੀ ਵਾਰੀ ਜੂਨੀਆਂ ਚਾਹੁੰਦਾ, ਕਦੇ ਕਿਸੇ ਜੂਨੀ 'ਚ ਕਦੇ ਕਿਸੇ ਜੂਨੀ 'ਚ ਕਦੇ ਕਿਸੇ ਜੂਨੀ 'ਚ। ਮਾਇਆ ਜਾਲ ਪਸਾਰਿਆ ਭੀਤਰ ਚੋਗ ਬਣਾਏ। ਤ੍ਰਿਸ਼ਨਾ ਪੰਖੀ ਫਾਂਸਿਆ ਨਿਕਸ ਨ ਪਾਏ ਮਾਏ। ਜਿਨ ਕੀਆ ਤਿਸੈ ਨਾ ਜਾਣੀ ਫਿਰ ਆਵੈ ਜਾਏ। ਮਾਇਆ ਜਾਲ ਪਸਾਰਿਆ ਭੀਤਰ ਚੋਗ ਬਣਾਏ। ਮਾਇਆ ਇੱਕ ਜਾਲ ਦੀ ਨਿਆਈ ਹੈ। ਇਹ 'ਚ ਚੋਗ ਕਾਹਦੀ? ਮਾਇਆ ਦੀ ਹੈ। ਇੱਕ ਐਸਾ ਜਾਲ ਹੈ ਜਿਸ ਦੇ ਵਿੱਚ ਮਾਇਆ ਦਾ ਚੋਗ ਪਾਇਆ ਹੋਇਆ। ਚੋਗਾ ਉਹ ਹੁੰਦਾ, ਉਹ ਦਾਣੇ, ਉਹ ਚੀਜ਼ ਜਿਹੜੀ ਜਾਨਵਰ ਨੂੰ ਪਸੰਦ ਹੁੰਦੀ ਹੈ। ਜਾਨਵਰਾਂ ਨੂੰ ਫੜਨ ਵਾਲਿਆਂ ਨੂੰ ਪਤਾ ਹੁੰਦਾ ਕਿਹੜਾ ਜਾਨਵਰ ਕਿਹੜੀ ਚੀਜ਼ ਖਾਣ ਦਾ ਪਸੰਦ ਹੈ। ਉਹ ਉਹੀ ਚੀਜ਼ ਵਿਛਾਉਂਦੇ, ਜਾਲ ਦੇ ਹੇਠਾਂ ਰੱਖਦੇ ਨੇ, ਉੱਤੇ ਜਾਲ ਪਾ ਦਿੰਦੇ ਨੇ। ਉਹ ਪੰਛੀ ਜਿਹੜਾ ਹੈ ਉਹ ਦਾਣਾ, ਉਹ ਚੋਗਾ ਚੁਗਣ ਆਉਂਦਾ, ਉਹ ਜਾਲ 'ਚ ਫਸ ਜਾਂਦਾ ਹੈ। ਐਂ ਇਹ ਪਰਮਾਤਮਾ ਨੇ ਮਾਇਆ ਦਾ ਜਾਲ ਫਸਾਇਆ ਹੋਇਆ ਹੈ। ਮਾਇਆ ਦਾ ਹੀ ਚੋਗ ਹੈ ਵਿੱਚ ਇਹਦੇ। ਤ੍ਰਿਸ਼ਨਾ ਪੰਖੀ ਫਾਂਸਿਆ। ਇਹ ਤ੍ਰਿਸ਼ਨਾਵਾਂ ਵਾਲਾ ਪੰਛੀ ਪਾ ਮਨ। ਸਾਡਾ ਮਨ ਤ੍ਰਿਸ਼ਾਲੂ ਹੈ ਵੀ ਹੋਰ ਮਾਇਆ ਹੋਵੇ, ਹੋਰ ਮਾਇਆ ਹੋਵੇ, ਇਸ ਲਈ ਫਸ ਜਾਂਦਾ ਹੈ, ਇਸ ਲਈ ਫਸ ਜਾਂਦਾ ਹੈ। ਨਿਕਸ ਨਾ ਪਾਏ ਮਾਏ। ਹੇ ਮਾਂ, ਫਿਰ ਇਸ ਮਾਇਆ ਦੇ ਵਿੱਚੋਂ ਨਿਕਲ ਨਹੀਂ ਸਕਦਾ, ਉਹ 'ਚ ਫਸ ਗਿਆ ਹੈ। ਜਿਨ ਕੀਤਾ ਤਿਸੈ ਨਾ ਜਾਣੀ। ਜਿਸ ਪਰਮਾਤਮਾ ਨੇ ਇਹਨੂੰ ਪੈਦਾ ਕੀਤਾ ਉਹਨੂੰ ਤਾਂ ਜਾਣਦਾ ਹੀ ਨਹੀਂ ਹੈ। ਫਿਰ ਆਵੇ ਜਾਏ। ਇਸ ਲਈ ਵਾਰੀ ਵਾਰੀ ਜੰਮਦਾ ਰਹਿੰਦਾ, ਮਰਦਾ ਰਹਿੰਦਾ, ਜੰਮਦਾ ਰਹਿੰਦਾ, ਮਰਦਾ ਰਹਿੰਦਾ। ਜਿਹਨੇ ਸਾਨੂੰ ਪੈਦਾ ਕੀਤਾ ਉਹਦਾ ਨਾਮ ਜਪਣਾ ਚਾਹੀਦਾ ਕਿ ਸੱਚੇ ਪਾਤਸ਼ਾਹ ਤੇਰੀ ਕਿਰਪਾ ਹੈ, ਤੂੰ ਮਨੁੱਖਾ ਜੀਵਨ ਦਿੱਤਾ ਹੈ। ਕੋਈ ਤੂੰ ਕੀੜਾ ਮਕੌੜਾ ਨਹੀਂ ਬਣਾਇਆ, ਤੂੰ ਗੰਦਗੀ ਦਾ ਕੀੜਾ ਨਹੀਂ ਮੈਨੂੰ ਬਣਾਇਆ। ਆਹ ਸੂਰਾਂ ਨੂੰ ਵੇਖੋ ਕਿੰਨਾ ਗੰਦ ਖਾ ਰਹੇ ਹੁੰਦੇ ਨੇ। ਆਹ ਕੁੱਤੇ ਵੀ ਟੱਟੀਆਂ ਖਾ ਰਹੇ ਹੁੰਦੇ, ਗੰਦ ਖਾ ਰਹੇ ਹੁੰਦੇ। ਕਈ ਵਾਰ ਬੱਚੇ, ਛੋਟੇ ਬੱਚੇ ਜਿਹੜੇ ਲੈਟਰਿਨ ਕਰਦੇ, ਕੁੱਤੇ ਖਾ ਰਹੇ ਹੁੰਦੇ ਉਸਨੂੰ। ਕਈ ਕੀੜੇ ਮਕੌੜੇ ਐਸੇ ਨੇ ਮੈਂ ਦੇਖਿਆ, ਉਹ ਗੰਦਗੀ 'ਚ ਹੀ ਪੈਦਾ ਹੁੰਦੇ ਨੇ। ਗੰਦਗੀ ਸਾਰੀ ਉਮਰ ਖਾਂਦੇ ਰਹਿੰਦੇ ਨੇ, ਗੰਦਗੀ 'ਚ ਹੀ ਮਰ ਜਾਂਦੇ ਹਨ। ਕਈ ਇਸੇ ਤਰ੍ਹਾਂ ਕਈ ਮਨੁੱਖ ਨੇ, ਉਹ ਵੀ ਨਰਕੀ ਜੀਵਨ ਜਿਉਂ ਰਹੇ ਹੁੰਦੇ ਨੇ। ਉਹਨਾਂ ਨੂੰ ਇੰਨੀ ਸੋਝ ਹੀ ਨਹੀਂ ਹੁੰਦੀ ਕਿ ਅਸੀਂ ਇਸ ਨਰਕ 'ਚੋਂ ਬਾਹਰ ਨਿਕਲੀਏ। ਹਾਲਾਂਕਿ ਉਹ ਨਰਕ 'ਚੋਂ ਬਾਹਰ ਨਿਕਲ ਸਕਦੇ ਨੇ, ਪਰ ਉਹਨੂੰ ਸੋਝ ਹੀ ਨਹੀਂ ਹੈ। ਉਹਨਾਂ ਨੇ ਇੰਨੇ ਹੀ ਗਿਆਨ ਨਹੀਂ ਕਿ ਅਸੀਂ ਨਰਕ 'ਚ ਰਹਿ ਰਹੇ ਹਾਂ। ਅਸੀਂ ਸਦੀਆਂ ਤੱਕ ਗੁਲਾਮ ਰਹੇ, ਸਾਨੂੰ ਪਤਾ ਹੀ ਨਹੀਂ ਸੀ ਆਜ਼ਾਦੀ ਕੀ ਹੁੰਦੀ ਹੈ। ਗੁਲਾਮ ਰਹੇ, ਗੁਲਾਮੀ 'ਚ ਹੀ ਖੁਸ਼ ਹਾਂ। ਸਾਡੇ ਕੁਝ ਲੀਡਰ ਨਹਿਰੂ ਵਰਗੇ, ਮਹਾਤਮਾ ਗਾਂਧੀ ਵਰਗੇ, ਇੱਧਰ ਬਾਹਰਲੇ ਦੇਸ਼ਾਂ ਨੂੰ ਗਏ ਪੜ੍ਹਨ, ਇੰਗਲੈਂਡ ਖਾ ਕਿਉਂ। ਅਸੀਂ ਉਦੋਂ ਇੰਗਲੈਂਡ ਦੇ ਅਧੀਨ ਸੀ ਅਤੇ ਇੰਗਲੈਂਡ ਜਾਣ ਲਈ ਕੋਈ ਵੀਜ਼ੇ ਵਾਜ਼ੇ ਦੀ ਕੋਈ ਲੋੜ ਨਹੀਂ ਸੀ ਹੁੰਦੀ।
ਉੱਥੇ ਚਲੇ ਪੜ੍ਹਨ ਚਲੇ, ਉੱਥੇ ਜਾ ਕੇ ਪਤਾ ਲੱਗਿਆ ਵੀ ਉਹ ਆਜ਼ਾਦੀ ਅਤੇ ਗੁਲਾਮੀ 'ਚ ਕਿੰਨਾ ਫਰਕ ਹੈ। ਉਹਨਾਂ 'ਤੇ ਆਜ਼ਾਦੀ ਵੇਖ ਲਈ 4-5 ਸਾਲ ਪੜ੍ਹ ਕੇ, ਇੱਥੇ ਆ ਕੇ ਉਹਨਾਂ ਆਜ਼ਾਦੀ ਮੰਗਣੀ ਸ਼ੁਰੂ ਕੀਤੀ। ਪਰ ਅਸੀਂ ਕਿਉਂਕਿ ਗੁਲਾਮੀ 'ਚ ਹੀ ਰਹਿ ਰਹੇ ਸੀ ਸਦੀਆਂ, ਅਸੀਂ ਉਹਨਾਂ ਦੀ ਵਿਰੋਧਤਾ ਕਰਨੀ ਸ਼ੁਰੂ ਕਰਤੀ। ਇੱਥੋਂ ਜਿਵੇਂ ਗੁਰੂ ਨਾਨਕ ਕਹਿੰਦੇ ਤਾਂ ਪਾਗਲ ਹੈ, ਕਹਿੰਦੇ ਕੋਈ ਇਹ ਤਾਂ ਭੂਤ ਨੇ, ਕਹਿੰਦੇ ਇਹ ਤਾਂ ਬੇਤਲ ਹੈ, ਕਹਿੰਦੇ ਇਹ ਤਾਂ ਸੁਰਤਾਲ ਉਖੜ ਗਈ ਹੈ, ਇਹਦਾ ਦਿਮਾਗ ਕਹਿੰਦੇ ਖਰਾਬ ਹੋ ਗਿਆ, ਬੜੀ ਜਾਂਦਾ। ਕਿਉਂ? ਗੁਰੂ ਨਾਨਕ ਦੀ ਸੋਚ ਸਾਡੇ ਤੋਂ ਐਡਵਾਂਸ ਸੀ, ਅਸੀਂ ਪਿੱਛੇ ਸੀ, ਅਸੀਂ ਉਹ ਸਮਝ ਹੀ ਨਾ ਸਕੇ ਅਤੇ ਨਿੰਦਿਆ ਕਰਨੀ ਸ਼ੁਰੂ ਕਰਤੀ। ਅਤੇ ਅਸੀਂ ਉਹਨਾਂ ਲੋਕਾਂ ਨੂੰ ਫੜਾਉਣਾ ਸ਼ੁਰੂ ਕਰਤਾ, ਪੁਲਿਸ ਨੂੰ ਦੱਸ ਕੇ ਆਹ ਸਾਡੇ ਪਿੰਡ 'ਚ ਹੈ ਜੀ, ਉਹ ਆਜ਼ਾਦੀ ਮੰਗਦਾ ਜੀ। ਹੌਲੀ ਹੌਲੀ ਜਦੋਂ ਫਿਰ ਲੀਡਰ ਦੱਸੀ ਗਏ, ਫਿਰ ਲੋਕ ਇਕੱਠੇ ਹੁੰਦੇ ਗਏ। 1885 ਦੇ ਵਿੱਚ ਕਾਂਗਰਸ ਪਾਰਟੀ ਬਣੀ ਸੀ। ਇਹਨਾਂ ਨੇ ਫਿਰ ਮੰਗ ਸ਼ੁਰੂ ਕੀਤੀ ਆਜ਼ਾਦੀ ਦੀ। 1885 ਤੋਂ ਲੈ ਕੇ 1947 ਤੱਕ, 47 ਅਤੇ 10 57 ਅਤੇ 5 62 ਸਾਲ ਸਾਨੂੰ ਲੱਗ ਗਏ ਆਜ਼ਾਦੀ ਮੰਗਦਿਆਂ, ਤਾਂ ਜਾ ਕੇ ਕਿਤੇ ਆਜ਼ਾਦੀ ਮਿਲੀ। ਉਹਦੇ ਬਾਅਦ ਫਿਰ ਸਾਰੀ ਤਰੱਕੀ ਹੋਣੀ ਸ਼ੁਰੂ ਹੋਈ। ਫਿਰ ਜਿਉਂ ਸਾਇੰਸ 'ਚ ਵਾਧਾ ਹੁੰਦਾ ਗਿਆ, ਤਿਉਂ ਫਿਰ ਜਿਹੜਾ ਆਰਥਿਕ ਹਾਲਤ ਸਾਡੀ ਪਹਿਲਾਂ ਨਾਲ ਸੁਧਰਦੀ ਗਈ। ਸਾਇੰਸ ਕਾਰਨ ਮਸ਼ੀਨਰੀ ਆ ਗਈ, ਮਸ਼ੀਨਰੀ ਨੇ ਸਾਡੀ ਆਰਥਿਕ ਹਾਲਤ ਸੁਧਾਰ ਦਿੱਤੀ, ਠੀਕ ਹੈ, ਰੁਜ਼ਗਾਰ ਮਿਲਣੇ ਸ਼ੁਰੂ ਹੋ ਗਏ। ਫਿਰ ਜਿਹੜਾ ਹੈ ਅਸੀਂ ਅਮੀਰ ਹੋਣੇ ਸ਼ੁਰੂ ਹੋ ਗਏ। ਫਿਰ ਸਾਨੂੰ ਗੁਲਾਮੀ ਅਤੇ ਆਜ਼ਾਦੀ ਦਾ ਫਰਕ ਪਤਾ ਲੱਗਣ ਲੱਗਾ। ਆਹ 20 ਸਾਲਾਂ 'ਚ ਜਿੰਨੀ ਤਰੱਕੀ ਕੀਤੀ ਹੈ ਨਾ, ਇੰਨੀ ਤਾਂ ਲੋਕਾਂ ਨੇ 20 ਲੱਖ ਸਾਲਾਂ 'ਚ ਵੀ ਨਹੀਂ ਕੀਤੀ ਹੋਣੀ, ਜਿੰਨੀਆਂ 20 ਸਾਲਾਂ 'ਚ ਹੀ ਕਰ ਗਏ ਆ। ਇਹ ਸਾਇੰਸ ਦੇ ਕ੍ਰਿਸ਼ਮੇ ਨੇ। ਸਾਇੰਸ ਦੀ ਬੜੀ ਵੱਡੀ ਦੇਣ ਹੈ, ਧਰਮ ਦੀ ਦੇਣ ਮਨ ਤੱਕ ਹੈ। ਸਾਇੰਸ ਨੇ ਤਾਂ ਸਾਡੇ ਜੀਵਨ ਨੂੰ ਸਵਰਗ ਫੜ ਕੇ ਬਣਾਤਾ ਹੈ। ਇਹ ਤਾਂ ਅਸੀਂ ਆਪਣੀ ਭੈੜੇ ਲੱਛਣਾਂ ਕਾਰਨ, ਆਪਣੀ ਮੂਰਖਤਾ ਕਾਰਨ ਨਰਕ 'ਚ ਰਹਿ ਰਹੇ ਹਾਂ। ਅਸੀਂ ਆਪ ਹੀ ਨਰਕ 'ਚ ਰਹਿ ਰਹੇ ਹਾਂ। ਸਾਨੂੰ ਨਰਕ ਹੀ ਪਸੰਦ ਹੈ। ਕੋਈ ਕਹਿੰਦਾ ਆਓ ਤੁਹਾਨੂੰ ਸਵਰਗ 'ਚ ਲੈ ਜਾ, ਅਤੇ ਸਾਡੀ ਅਸੂਰ ਬਿਰਤੀ ਹੈ ਉੱਥੇ ਗੰਦੀਆਂ ਨਾਲੀਆਂ ਹੈਗੀਆਂ ਨਾ ਜੀ, ਸਵਰਗ ਗੰਦੀਆਂ ਨਾਲੀਆਂ ਤਾਂ ਹੈ ਨਹੀਂ, ਤਾਂ ਨਹੀਂ ਕਹਿੰਦੇ ਮੈਂ ਜਾਂਦਾ। ਕਿਸੇ ਨੂੰ ਕਹਿ ਦੋ ਆ ਤੈਨੂੰ ਸਵਰਗ 'ਚ ਲੈ ਜਾ, ਉੱਥੇ ਪੁੱਛੂਗਾ ਉੱਥੇ ਬਾਬਾ ਜੀ ਠੇਕੇ ਹੈਗੇ? ਮੈਂ ਕਹਾਂ ਨਾ, ਕਿ ਤਾਂ ਨਹੀਂ ਮੈਂ ਜਾਂਦਾ, ਮੈਂ ਦਾਅਵੇ ਨਾ ਕਰਨਾ। 80% ਪੰਜਾਬ ਦੇ ਲੋਕ ਪਹਿਲਾਂ ਹੀ ਪੁੱਛਣਗੇ ਉੱਥੇ ਠੇਕਾ ਹੈ ਜੀ? ਮੈਂ ਤਾਂ ਕਹਿੰਦਾ ਨਹੀਂ ਹੈ। ਤਾਂ ਨਹੀਂ ਬਾਬਾ ਜੀ ਅਸੀਂ ਜਾਂਦੇ, ਤੁਸੀਂ ਜਾਓ, ਆਪਾਂ ਮਰੋ ਭੁੱਖੇ, ਇਹ ਤਾਂ ਖਾਣਾ ਪੀਣਾ। ਉਹ ਨਰਕ ਨੂੰ ਸਵਰਗ ਸਮਝੀ ਬੈਠੇ ਨੇ। ਕੀਤਾ ਕੀ ਜਾਵੇ, ਕੀਤਾ ਕੀ ਜਾਏ। ਜੋ ਨਰਕ ਨੂੰ ਸਵਰਗ ਸਮਝੀ ਬੈਠਾ ਹੈ, ਉਹਨੂੰ ਕਿਵੇਂ ਤੁਸੀਂ ਸਵਰਗ 'ਚ ਲਿਜਾ ਸਕਦੇ ਹੋ? ਬੜਾ ਔਖਾ। ਗੁਰੂ ਨਾਨਕ ਜੀ ਸਾਨੂੰ ਸਵਰਗ 'ਚ ਲਿਜਾਣਾ ਚਾਹੁੰਦੇ ਸਨ, ਅਸੀਂ ਮੁੜ ਕੇ ਫਿਰ ਨਰਕ 'ਚ ਆ ਗਏ। ਉਹ ਲੈ ਗਏ ਸਨ, ਬੜਿਆਂ ਨੂੰ ਲੈ ਗਏ ਸਨ, ਪੁਰਾਣੇ ਸਿੱਖਾਂ ਨੂੰ ਲੈ ਗਏ ਸਨ ਸਵਰਗ 'ਚ। ਅਸੀਂ ਅੱਜ ਦੇ ਸਿੱਖ ਮੁੜ ਕੇ ਫਿਰ ਨਰਕ 'ਚ ਆ ਗਏ। ਅਜੇ ਲਾਕਡਾਊਨ ਲੱਗਾ, ਕੋਈ ਫਿਰ ਹੋਰ ਸਰਕਾਰਾਂ ਨੇ ਰੌਲਾ ਪਾਤਾ ਵੀ ਠੇਕੇ ਖੋਲ੍ਹੋ ਜੀ। ਕਿਉਂ? ਪੰਜਾਬ ਸਰਕਾਰ ਹੱਥ ਖੜ੍ਹੇ ਹੋ ਗਏ, ਪੈਸੇ ਕੋਈ ਨਹੀਂ। ਦੇਖ, ਸ਼ਰਾਬ ਵੇਚ ਕੇ ਸਰਕਾਰ ਗੁਜ਼ਾਰਾ ਕਰ ਰਹੀ, ਰੋਂਦੇ ਇਹੋ ਜਿਹੀ ਸਰਕਾਰ ਨੂੰ। ਸ਼ਰਾਬ ਤੋਂ ਗੁਜ਼ਾਰਾ ਹੋ ਰਿਹਾ, ਰੌਲਾ ਪਿਆ ਠੇਕੇ ਖੋਲ੍ਹ ਦੋ। ਦਿੱਲੀ ਠੇਕੇ ਖੁੱਲ੍ਹ ਗਏ ਜੀ। ਅਖਬਾਰ 'ਚ ਦੇਖਿਆ, ਲਾਈਨ 'ਚ ਇੱਕ ਸਰਦਾਰ ਸਭ ਤੋਂ ਅੱਗੇ ਖੜ੍ਹਾ। ਪੁਲਿਸ ਵਾਲਿਆਂ ਪੁੱਛਿਆ, ਸਰਦਾਰ ਜੀ 5 ਵਜੇ ਹੀ ਸਵੇਰੇ ਆ ਗਏ, ਠੇਕੇ 10 ਵਜੇ ਖੁੱਲ੍ਹਣੇ। ਕਹਿੰਦੀ ਫਿਰ ਭੀੜ ਹੋ ਜਾਣੀ ਹੈ। ਫਿਰ ਭੀੜ ਹੋ ਜਾਣੀ, ਮੇਰੀ ਪਹਿਲਾਂ ਹੀ ਵਾਰੀ ਆ ਜਾਏਗੀ ਖਰੀਦਣ ਦੀ ਸ਼ਰਾਬ। ਇਹਨਾਂ ਨੂੰ ਕੀ ਪਤਾ ਸਵਰਗ ਕੀ ਹੁੰਦਾ? ਦੱਸਿਓ, ਜਿੰਨਾ ਮਰਜ਼ੀ ਐਕਸਪਲੇਨ ਕਰੀ ਜਾਓ, ਇਹਨਾਂ ਲੋਕਾਂ ਨੂੰ ਸਮਝ ਹੀ ਨਹੀਂ ਆਉਣੀ ਸਵਰਗ ਹੁੰਦਾ ਕੀ ਹੈ। ਇਹਨਾਂ ਕਹਿਣਾ ਬਾਬਾ ਦਾ ਪਾਗਲ ਹੈ। ਗੁਰੂ ਨਾਨਕ ਨੂੰ ਪਾਗਲ ਕਹਿੰਦਾ, ਸਾਡੇ ਵਰਗੇ ਤਾਂ ਕਹਿਣਾ ਹੋਰ ਵੀ ਆਸਾਨ ਹੈ। ਗੁਰੂ ਨਾਨਕ ਕਹਿੰਦਾ, ਕੋਈ ਆਖੇ ਵਿਚਾਰੇ ਨੇ ਆਪ ਲਿਖਣਾ ਪਿਆ ਆਪਣੀ ਬਾਣੀ 'ਚ, ਕਿਸੇ ਨੇ ਨਹੀਂ ਲਿਖੀ ਬਾਣੀ, ਆਪ ਲਿਖਦੇ ਨੇ। ਕੋਈ ਆਖੇ ਭੂਤ ਨਾ, ਕੋਈ ਕਹੇ ਬੇਤਾਲਾ,
ਕੋਈ ਆਖੇ ਆਦਮੀ ਨਾਨਕ ਵਿਚਾਰ। ਕਹਿੰਦਾ ਕੋਈ ਮੈਨੂੰ ਭੂਤ ਨਾ ਕਹਿੰਦਾ, ਕੋਈ ਬੇਤਾਲਾ ਕਹਿੰਦਾ, ਕੋਈ ਕਹਿੰਦਾ ਨਹੀਂ ਯਾਰ ਇਹ ਤਾਂ ਬੰਦਾ ਹੈ, ਇਹ ਬੰਦਾ। ਅਸੀਂ ਉਹ ਆਪਣੀ ਖੁੱਡ 'ਚੋਂ ਬਾਹਰ ਹੀ ਨਹੀਂ ਆਉਣਾ ਚਾਹੁੰਦੇ। ਬਸ ਬੜੀ ਸਮੱਸਿਆ ਹੈ। ਆ ਬਾਣੀ ਸਾਨੂੰ ਸਵਰਗ 'ਚ ਲਿਜਾਣਾ ਚਾਹੁੰਦੀ ਹੈ, ਅਸੀਂ ਮੰਨਦੇ ਨਹੀਂ, ਰਹੀ ਜੋ ਨਰਕ 'ਚ ਪਾਈ। ਹੁਣ ਕਿਆ ਕਰੇ ਗੁਰੂ, ਕਿਆ ਕਰੇਗਾ? ਗੁਰੂ ਦੀ ਮੰਨਾਂਗੇ ਤਾਂ ਹੀ ਜਾਵਾਂਗੇ ਨਾ। ਇੱਕ ਜਲਾਹ ਕਿਸੇ ਕਮਾਈ ਕਾਰਨ ਨਾ ਛੱਜ ਬਣਾਉਣ, ਜਿਹੜੇ ਛੱਜ ਬਣਾਉਂਦੇ ਨੇ, ਉਹ ਕਿਸੇ ਕਮਾਈ ਕਾਰਨ ਆਕਾਸ਼ ਨੂੰ ਜਾ ਰਹੇ ਘੋੜੇ ਦੀ ਨਾ ਉਹਨੇ ਪੂਛ ਫੜੀ ਹੋਈ ਹੈ ਅਤੇ ਉੜਦਾ ਜਾ ਰਿਹਾ ਅਤੇ ਉਹਨੇ ਘੋੜੇ ਨੂੰ ਕਿਹਾ ਉੱਤੇ ਜਰਾ ਰੁਕੀ। ਦੂਜੇ ਜਿਹੜੇ ਛੱਜ ਬਣਾਉਣ ਵਾਲੇ ਸਨ ਉਹਨਾਂ ਨੂੰ ਕਹਿੰਦਾ ਵੀ ਮੈਂ ਚੱਲਿਆ ਸਵਰਗ ਨੂੰ, ਤੁਸੀਂ ਜਾਣਾ? ਕਿ ਚੱਲਦੇ ਹਾਂ। ਕਿ ਤੁਸੀਂ ਮੇਰੀ ਲੱਤਾਂ ਫੜ ਲਓ। ਦੂਜੇ ਨੇ ਕਿਹਾ ਤੂੰ ਉਹਦੀ ਫੜ ਲੈ। ਐਂ 7 ਹੋ ਗਏ। ਘੋੜਾ ਜਾ ਰਿਹਾ ਉੱਪਰ ਨੂੰ, ਸੱਤੇ ਦੇ ਸੱਤੇ ਜਾ ਰਹੇ ਉੱਪਰ ਨੂੰ। ਜਿਹੜਾ ਹੇਠਲਾ ਸੀ ਨਾ ਉਹ ਪੁੱਛਦਾ ਵੀ ਸਵਰਗ 'ਚ ਛੱਜ ਕਿੱਡੇ ਕਿੱਡੇ ਹੁੰਦੇ ਨੇ? ਅਤੇ ਉਹ ਜਿਹੜਾ ਸਭ ਤੋਂ ਪਹਿਲਾਂ ਸੀ ਨਾ ਉਹ ਹੱਥ ਛੱਡ ਕੇ ਕਹਿੰਦਾ ਐਡੇ ਐਡੇ ਹੁੰਦੇ ਨੇ। ਸਾਰੇ ਹੇਠਾਂ ਹੱਟ ਗਏ, ਸਾਰੇ ਹੇਠਾਂ ਹੱਟ ਗਏ। ਸੋ ਇਸ ਲਈ ਜਾ ਹੀ ਨਹੀਂ ਸਕਦਾ ਮਨੁੱਖ ਉੱਪਰ ਨੂੰ, ਹੈ ਹੀ ਨਹੀਂ। ਵੀ ਦੱਸ ਤੈਨੂੰ ਸਵਰਗ ਚੱਲੇ, ਤੈਨੂੰ ਛੱਜਾਂ ਦੀ ਪਈ ਹੈ। ਇਹ ਤਾਂ ਕਹਿਣਗੇ ਮੇਰਾ ਖਿਆਲ ਹੈ ਜੇ ਪੰਜਾਬ ਦੇ ਕਿਤੇ ਪਹੁੰਚਣਾ ਇਹਨਾਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਜਾ ਕੇ ਠੇਕਾ ਖੋਲ੍ਹਣਾ। ਇਹ ਖੋਲ੍ਹੋ ਜੀ, ਇਹਦੇ ਬਿਨਾਂ ਕਿੱਥੇ ਜੀ। ਗੁਰੂ ਸਾਰੀ ਬਾਣੀ ਸਾਡੇ ਜੀਵਨ ਨੂੰ ਸਵਰਗ ਬਣਾਉਣਾ ਚਾਹੁੰਦੀ ਹੈ, ਪਰ ਸਾਨੂੰ ਸਦੀਆਂ ਤੋਂ ਨਰਕ 'ਚ ਰਹਿਣ ਦੀ ਆਦਤ ਪੈ ਗਈ ਹੈ। ਅਸੀਂ ਸਵਰਗ ਪਸੰਦ ਹੀ ਨਹੀਂ ਕਰਦੇ, ਅਸੀਂ ਪਸੰਦ ਹੀ ਨਹੀਂ ਕਰ। ਮੇਰਾ ਭਰਾ ਭਾਵੇਂ ਹੱਸਦਾ ਕਹਿੰਦਾ ਸੀ ਸਵਰਗਵਾਸ ਹੋ ਗਏ। ਕਹਿੰਦਾ ਮੈਨੂੰ ਜੇ ਧਰਮਰਾਜ ਨੇ ਪੁੱਛਿਆ ਮਾਨ ਸਿੰਘ ਹਕੀਰ ਬੋਲ ਸਵਰਗ ਜਾਣਾ ਨਰਕ ਜਾਣਾ, ਕਹਿੰਦਾ ਮੈਂ ਉਹਨੂੰ ਕਹਾਂਗਾ ਦੇਖੋ ਜੀ ਮੈਨੂੰ ਨਹੀਂ ਪਤਾ ਨਰਕ ਸਵਰਗ ਦਾ, ਮੈਨੂੰ ਉੱਥੇ ਭੇਜ ਦਿਓ ਜਿੱਥੇ ਮੇਰੇ ਦੋਸਤ ਗਏ ਨੇ, ਘੁੱਟ ਘੁੱਟ ਪੀਆ ਕਰਾਂਗੇ, ਗੱਲਾਂ ਬਾਤਾਂ ਕਰਾਂਗੇ। ਕਹਿੰਦੇ ਭਾਵੇਂ ਹੱਸਦੇ ਕਹਿੰਦੇ ਪਰ ਸੋਚ ਤਾਂ ਦੇਖੋ ਵੀ ਉੱਥੇ ਭੇਜੋ ਜਿੱਥੇ ਦੋਸਤ ਮਿੱਤਰ ਨੇ, ਘੁੱਟ ਘੁੱਟ ਪੀਆ ਕਰਾਂਗੇ, ਗੱਲਾਂ ਕਰਿਆ ਕਰਾਂਗੇ। ਇਹ ਮਨੁੱਖ ਨਹੀਂ ਨਿਕਲਦਾ ਇਸ। ਬਸ ਇਹ ਜਿੱਥੇ ਹੈ ਨਾ ਇਹਨੂੰ ਹੀ ਸਮਝਦੇ, ਬਸ ਇਹੀ ਹੈ, ਇਹੀ ਵਧੀਆ। ਬਸ ਨਹੀਂ ਤਾਂ ਸਾਰੀ ਗੁਰਬਾਣੀ ਹੀ ਕਹਿੰਦੇ ਆਓ ਤੁਹਾਨੂੰ ਸਵਰਗ 'ਚ ਲੈ ਚੱਲੀਏ ਨਾ। ਇਹ ਸਵਰਗ ਬਾਰੇ ਪੜ੍ਹੀ ਜਾਂਦਾ ਨਹੀਂ ਹੈ, ਜਾਂਦਾ ਨਹੀਂ। ਉਹ ਚੱਲਿਆ ਸੀ ਸੱਚਖੰਡ ਨੂੰ, ਧੰਨਾ ਭਗਤ ਢੰਡੋਰਾ ਪਿੰਡ ਦਾ ਪਿੰਡ 'ਚ ਬਈ ਮੈਂ ਨਾ ਗੱਡੇ ਸਮੇਤ ਸੱਚਖੰਡ ਚੱਲਿਆ ਕੱਲ੍ਹ ਨੂੰ ਇੰਨੇ ਵਜੇ, ਜੇ ਕਿਸੇ ਨੇ ਸੱਚਖੰਡ ਜਾਣਾ ਮੇਰੇ ਗੱਡੇ 'ਤੇ ਆ ਕੇ ਬਹਿ ਜਾਓ ਇੰਨੇ ਵਜੇ। ਜਦ ਚੱਲਣ ਦਾ ਵੇਲੇ ਇੱਕ ਬੁੜੀ ਮਾਈ ਬੈਠੀ ਗੱਡੇ 'ਤੇ, ਕਹ ਚਾ ਸ਼ੁਕਰ ਇੱਕ ਦੀ। ਕਹਿੰਦੇ ਮਾਤਾ ਜੀ ਹੁਣ ਇਹ ਗੱਡਾ ਉੱਡਣ ਲੱਗਾ, ਤਿਆਰ ਹੋ ਜਾਓ। ਕਹਿੰਦੇ ਉਹ ਪੁੱਤ ਮੈਨੂੰ ਕੰਮ ਯਾਦ ਆ ਗਿਆ, ਤੂੰ ਜਾ, ਮੈਂ ਫਿਰ ਕਦੇ ਜਾਵਾਂਗੀ। ਉਹ ਹਾਲ ਸਾਡਾ ਹੈ। ਜੇ ਕਿਤੇ ਗੁਰੂ ਮਹਾਰਾਜ ਆਓ ਤੁਹਾਨੂੰ ਸੱਚਖੰਡ ਲੈ ਚੱਲ, ਜਿੰਨੇ ਬੈਠੇ ਨਾ ਹੁਣੇ ਹੀ ਲੈ ਚੱਲੀ ਤੁਹਾਨੂੰ। ਕਿੱਥੇ ਜੀ ਸਾਡੇ ਦੇ ਬੱਚੇ ਮਗਰ ਵਿਲਕ ਵਿਲਕ ਕੇ ਮਰ ਜਾਣਗੇ ਵੀ ਮਾਂ ਕਿੱਥੇ ਗਈ, ਬਾਪੂ ਕਿੱਥੇ ਗਿਆ। ਅੱਜ ਨਹੀਂ ਅਸੀਂ ਜਾਂਦੇ, ਕੱਲ੍ਹ ਨੂੰ ਸ਼ਾਇਦ ਜਾਵਾਂਗੇ। ਕੱਲ੍ਹ ਫਿਰ ਕਿਹਨੂੰ ਆਈ, ਕੱਲ੍ਹ ਨਾਮ ਤੇ ਕਾਲ ਦਾ ਹੈ। ਬਾਣੀ ਸਾਨੂੰ ਸਵਰਗੀ ਜੀਵਨ ਦੱਸਦੀ ਹੈ ਵੀ ਕਿਵੇਂ ਸਵਰਗ 'ਚ ਰਹਿਣਾ ਇੱਥੇ ਹੀ ਤੁਸੀਂ ਰਹਿਣਾ, ਗ੍ਰਸਤ 'ਚ ਹੀ ਹੈ। ਉਹ ਇਸ ਗ੍ਰਸਤ ਨੂੰ ਸਵਰਗ ਕਿਵੇਂ ਬਣਾਉਣਾ ਹੈ, ਬਸ ਇਹ ਸਵਰਗ ਦੱਸਦੀ ਕਿਵੇਂ ਸਵਰਗ ਤੁਸੀਂ ਰਹਿਣਾ ਹੈ। ਗੁਰੂ ਮਹਾਰਾਜ ਕਹਿੰਦੇ ਜਿਨ ਕੀਤਾ ਤਿਸੈ ਨਾ ਜਾਣੀ, ਫਿਰ ਆਵੈ ਜਾਏ। ਜਿਸ ਨੇ ਇਹਨੂੰ ਪੈਦਾ ਕੀਤੇ ਉਹਨੂੰ ਤਾਂ ਜਾਣਦਾ ਹੀ ਨਹੀਂ ਹੈਗਾ, ਇਸ ਲਈ ਆਉਂਦਾ ਰਹਿੰਦਾ, ਜਾਂਦਾ ਰਹਿੰਦਾ, ਜੰਮਦਾ ਰਹਿੰਦਾ ਹੈ, ਮਰਦਾ ਰਹਿੰਦਾ ਹੈ। ਅਨੇਕ ਪ੍ਰਕਾਰੀ, ਅਨੇਕ ਬਹੁਵਚਨ, ਪ੍ਰਕਾਰੀ ਰਾਰਣ ਬਿਹਾਰੀ ਬਿੰਦੀ, ਅਨੇਕਾਂ ਤਰੀਕਿਆਂ ਨਾਲ। ਅਨੇਕ ਪ੍ਰਕਾਰੀ ਮੋਹਿਆ ਬਹੁ ਬਿਧ ਇਹ ਸੰਸਾਰ, ਜਿਸ ਨੂੰ ਰੱਖੈ ਸੋ ਰਹਿ ਸਮਰਿਥ। ਸਿਆਰੀ ਲੱਗੀ ਹੈ। ਸਮਰਿਥ ਪੁਰਖ ਅਪਾਰ, ਹਰ ਜਨ ਹਰ ਲਿਵ ਉਧਰੇ, ਨਾਨਕ ਸਦ ਬਲਿਹਾਰ।
ਇਹ ਜਿਹੜਾ ਸੰਸਾਰ ਹੈ ਨਾ, ਅਨੇਕ ਪ੍ਰਕਾਰੀ ਮੋਹਿਆ ਬਹੁ ਵਿਧ, ਕਈ ਤਰੀਕਿਆਂ ਨਾਲ, ਕਈ ਕਿਸ ਪ੍ਰਕਾਰਾਂ ਨਾਲ ਇਹ ਮਾਇਆ ਨੇ ਇਸ ਨੂੰ ਮੋਹ ਰੱਖਿਆ ਹੈ। ਮਾਇਆ ਦੇ ਅਨੇਕਾਂ ਹੀ ਰੂਪ ਨੇ, ਕਹਿੰਦੇ ਅਨੇਕਾਂ ਤਰੀਕਿਆਂ ਨਾਲ ਇਹ ਸੰਸਾਰ ਜਿਹੜਾ ਹੈ ਇਹ ਮਾਇਆ ਨੇ ਮੋਹ ਰੱਖਿਆ ਹੈ। ਜਿਸ ਨੂੰ ਰੱਖੈ ਸੋ ਰਹੈ, ਸਮਰੱਥ ਪੁਰਖ ਅਪਾਰ। ਪਰਮਾਤਮਾ ਜਿਹੜਾ ਇਹ ਸਮਰੱਥ ਹੈ, ਅਪਾਰ, ਇਹ ਬੇਅੰਤ ਹੈ, ਪੁਰਖ ਇਹ ਸਭ ਦੇ ਵਿੱਚ ਬਿਰਾਜਮਾਨ ਹੈ। ਜਿਸ ਨੂੰ ਇਹ ਰੱਖੇ ਨਾ ਇਸ ਮਾਇਆ ਦੇ ਪ੍ਰਭਾਵ ਤੋਂ, ਉਹੀ ਰਹਿ ਸਕਦਾ, ਉਹੀ ਬਚ ਸਕਦਾ। ਜਿਸ ਨੂੰ ਪਰਮਾਤਮਾ ਮਾਇਆ ਦੇ ਪ੍ਰਭਾਵ ਤੋਂ ਬਚਾ ਕੇ ਰੱਖੇ, ਉਹੀ ਬਚ ਸਕਦਾ। ਨਹੀਂ ਤਾਂ ਕੋਈ ਚੋਰ ਹੋ ਗਿਆ, ਕੋਈ ਡਾਕੂ ਹੋ ਗਿਆ, ਕੋਈ ਲੁਟੇਰਾ ਹੋ ਗਿਆ, ਕੋਈ ਠੱਗ ਹੋ ਗਿਆ, ਕੋਈ ਰਿਸ਼ਵਤਖੋਰ ਹੋ ਗਿਆ, ਕੋਈ ਮਿਲਾਵਟਖੋਰ ਹੋ ਗਿਆ, ਇਸ ਤਰ੍ਹਾਂ ਦਾ ਮਨੁੱਖ ਹੋ ਜਾਂਦਾ ਹੈ। ਹਰ ਜਨ ਹਰ ਲਿਵ ਉਧਰੇ, ਨਾਨਕ ਸਦ ਬਲਿਹਾਰ। ਜਿਹੜੇ ਹਰੀ ਜਨ ਨੇ, ਹਰੀ ਦੇ ਭਗਤ ਨੇ, ਹਰੀ ਦੇ ਸੇਵਕ ਨੇ, ਹਰ ਲਿਵ ਉਧਰੇ, ਉਹ ਹਰੀ ਨਾਲ ਜੋ ਲਿਵ ਲਾਉਂਦੇ ਨੇ ਉਹ ਮਾਇਆ ਤੋਂ ਬਚ ਗਏ, ਉਹ ਮਾਇਆ ਦੇ ਪ੍ਰਭਾਵ ਤੋਂ ਬਚ ਗਏ। ਨਾਨਕ ਸਦ ਬਲਿਹਾਰ। ਗੁਰੂ ਮਹਾਰਾਜ ਕਹਿੰਦੇ ਮੈਂ ਪਰਮਾਤਮਾ ਤੋਂ ਬਲਿਹਾਰ ਜਾਂਦਾ ਹਾਂ, ਜਿਹਦੀ ਲਿਵ ਲਾ ਕੇ ਉਹਨਾਂ ਦਾ ਬਚਾਅ ਹੋ ਗਿਆ ਮਾਇਆ ਦੇ ਪ੍ਰਭਾਵ ਤੋਂ। ਸ਼੍ਰੀ ਰਾਗ ਮਹਿਲਾ ਪੰਜਵਾਂ ਘਰ ਦੂਜਾ। ਗੋਇਲ ਆਇਆ ਗੋਇਲੀ, ਕਿਆ ਤਿਸ ਡੰਫ ਪਸਾਰ। ਮੋਹਲਤ ਪੁੰਨੀ ਚੱਲਣਾ, ਤੂੰ ਸੰਭਲ ਘਰ ਬਾਰ। ਗੋਇਲ ਆਇਆ ਗੋਇਲੀ, ਗੋਇਲੀ ਹੁੰਦਾ ਚਰਵਾਹਾ ਜਿਹੜਾ ਡੰਗਰ ਚਾਰਦਾ ਹੈ, ਉਹਨੂੰ ਕਹਿੰਦੇ ਗੋਇਲੀ। ਗੋਇਲ ਹੁੰਦਾ ਚਰਾਂਦ। ਪੁਰਾਣੇ ਜ਼ਮਾਨੇ ਜ਼ਮੀਨਾਂ ਖੁੱਲ੍ਹੀਆਂ ਹੁੰਦੀਆਂ ਸਨ, ਕੁਝ ਖੇਤ ਖਾਲੀ ਛੱਡ ਦਿੱਤੇ ਜਾਂਦੇ ਸਨ ਡੰਗਰ ਚਾਰਨ ਲਈ। ਡੰਗਰ ਚਾਰਨ ਲਈ ਕੁਝ ਖੇਤ ਖਾਲੀ ਛੱਡ ਦਿੱਤੇ ਜਾਂਦੇ ਸਨ। ਉਹਨਾਂ 'ਚ ਘਾਹ ਹੋ ਜਾਂਦਾ ਸੀ, ਫਿਰ ਡੰਗਰਾਂ ਨੂੰ ਉੱਥੇ ਚਾਰਿਆ ਕਰਦੇ ਸਨ। ਨਾਲੇ ਪਸ਼ੂ ਕਿੱਲੇ ਤੋਂ ਖੁੱਲ੍ਹ ਕੇ ਖੁਸ਼ ਹੁੰਦੇ ਸਨ, ਬਾਹਰ ਜਾਂਦੇ ਸਨ। ਹੁਣ ਡੰਗਰ ਹਰ ਵਕਤ ਕਿੱਲਿਆਂ 'ਤੇ ਬੱਝੇ ਰਹਿੰਦੇ ਨੇ ਵਿਚਾਰੇ, ਕਿਉਂ? ਥਾਵਾਂ ਹੀ ਕੋਈ ਨਹੀਂ ਰਹੀਆਂ ਚਰਨ ਲਈ। ਹਾਂਜੀ, ਉਦੋਂ ਚਰਾਂਦਾ ਹੁੰਦੀਆਂ ਸਨ। ਪਸ਼ੂਆਂ ਨੂੰ ਬਾਹਰ ਲੈ ਜਾਣਾ, ਉਹ ਖੁੱਲ੍ਹੇ ਥਾਂ 'ਤੇ ਉਹਨੇ ਨੱਚਣਾ ਟੱਪਣਾ ਕੁੱਦਣਾ ਹੈ। ਉੱਥੇ ਖੁੱਲ੍ਹੇ ਥਾਂ 'ਤੇ ਉਹਨੇ ਘਾਹ ਘੂ ਚੁੱਕ ਕੇ ਰੱਜ ਕੇ ਵਾਪਸ ਘਰਾਂ ਨੂੰ ਆ ਜਾਣਾ ਹੈ। ਉਹਨੂੰ ਕਹਿੰਦੇ ਨੇ ਚਰਾਂਦ। ਉਹਨੂੰ ਕਹਿੰਦੇ ਨੇ ਗੋਇਲ ਆਇਆ ਗੋਇਲੀ। ਗੋਇਲੀ ਮੈਨੇ, ਗੋਇਲ ਮੈਨੇ ਚਰਾਂਦ ਵਿੱਚ, ਗੋਇਲੀ ਮੈਨੇ ਚਰਵਾਹਾ, ਡੰਗਰ ਚਾਰਨ ਵਾਲਾ। ਕਹਿੰਦਾ ਚਰਵਾਹਾ ਜਿਹੜਾ ਹੈ ਉਹ ਚਰਾਂਦ 'ਚ ਆ ਗਿਆ ਹੈ। ਜਦੋਂ ਘਾਹ ਮੁੱਕ ਜਾਏਗਾ ਫਿਰ ਉਹਨੂੰ ਉੱਥੋਂ ਚਲੇ ਜਾਣਾ, ਫਿਰ ਕਿਤੇ ਹੋਰ ਚਰਾਂਦ ਲੱਭਣੀ। ਸਦਾ ਨਹੀਂ ਉੱਥੇ ਰਹਿਣਾ, ਸਦਾ ਨਹੀਂ ਰਹਿਣਾ। ਕਿਆ ਤਿਸ ਡੰਫ ਪਸਾਰ। ਡੰਫ ਹੁੰਦਾ ਵਿਖਾਵਾ। ਕਹਿੰਦੇ ਕੀ ਉਹ ਮਾਇਆ ਦੇ ਵਿਖਾਵੇ ਦਾ ਪਸਾਰਾ ਕਰੇ, ਕਿਉਂ? ਹੁਣ ਤਾਂ ਥੋੜ੍ਹੇ ਦਿਨ ਰਹਿਣਾ। ਅਸੀਂ ਵੀ ਜਿਹੜਾ ਹੈ ਗੋਇਲੀ ਹਾਂ, ਅਸੀਂ ਵੀ ਐਂ ਸਮਝੋ ਡੰਗਰ ਚਾਰਨ ਵਾਲੇ ਹਾਂ। ਅਸੀਂ ਵੀ ਕੁਝ ਸਮੇਂ ਇਸ ਸੰਸਾਰ 'ਤੇ ਰਹਿਣਾ, ਫਿਰ ਇੱਥੋਂ ਚਲੇ ਜਾਣਾ। ਜਿਵੇਂ ਡੰਗਰ ਚਾਰਨ ਵਾਲਾ ਇਸ ਖੇਤ 'ਚ ਚਾਰੇ, ਫਿਰ ਇਸ ਖੇਤ ਛੱਡ ਕੇ ਅਗਲੇ ਖੇਤ 'ਚ ਲੈ ਗਿਆ, ਉੱਥੇ ਕੰਮ ਹੋ ਗਿਆ, ਅਗਲੇ ਖੇਤ 'ਚ ਲੈ ਗਿਆ। ਇਸੇ ਤਰ੍ਹਾਂ ਮਨੁੱਖ ਹੈ, ਇਹਨੇ ਵੀ ਸਦਾ ਇੱਕ ਥਾਂ 'ਤੇ ਟਿਕੇ ਨਹੀਂ ਰਹਿਣਾ, ਇੱਥੋਂ ਅਖੀਰ ਨੂੰ ਜਾਣਾ ਹੀ ਜਾਣਾ ਹੈ। ਮੋਹਲਤ ਪੁੰਨੀ ਚੱਲਣਾ। ਮੋਹਲਤ ਸਮਾਂ ਹੁੰਦਾ, ਜਿੰਨਾ ਸਮਾਂ ਮਿਲਿਆ ਹੈ ਜੀਵਨ ਦਾ, ਪੁੰਨੀ ਹੁੰਦਾ ਪੂਰਾ ਹੋ ਜਾਣਾ। ਜਦੋਂ ਮਿਲਿਆ ਹੋਇਆ ਸਮਾਂ ਪੂਰਾ ਹੋ ਜਾਂਦਾ ਨਾ, ਚੱਲਣਾ, ਇੱਥੋਂ ਜਾਣਾ ਹੀ ਜਾਣਾ ਫਿਰ। ਹਾਂਜੀ, ਤੂੰ ਸੰਭਲ ਘਰ ਬਾਰ। ਹੇ ਇਨਸਾਨ, ਤੂੰ ਆਪਣੇ ਘਰ ਬਾਰ ਨੂੰ ਸੰਭਾਲ। ਨਾਮ ਜਪ ਪਰਮਾਤਮਾ ਦਾ, ਬਾਣੀ ਪੜ੍ਹ। ਸਮਾਂ ਆਉਣ 'ਤੇ ਤੂੰ ਇੱਥੋਂ ਤੁਰ ਜਾਣਾ ਹੈ। ਹਰ ਗੁਣ ਗਾਓ ਮਨਾ, ਸਤਿਗੁਰ ਸੇਵ ਪਿਆਰ। ਕਿਆ ਥੋੜ੍ਹੀ ਬਾਤ ਗੁਮਾਨ। ਹੇ ਮਨਾ, ਹਰ ਗੁਣ ਗਾਓ, ਹਰੀ ਦੇ ਗੁਣ ਗਾ। ਸਤਿਗੁਰ ਸੇਵ ਪਿਆਰ, ਗੁਰੂ ਦੀ ਸੇਵਾ ਕਰ, ਗੁਰੂ ਨੂੰ ਪਿਆਰ ਕਰ, ਪਰਮਾਤਮਾ ਦੇ ਗੁਣ ਗਾ। ਕਿਆ ਥੋੜ੍ਹੀ ਬਾਤ ਗੁਮਾਨ। ਥੋੜ੍ਹੇ ਦਿਨ ਵਾਲੀ ਤੂੰ ਇੱਥੇ ਰਹਿਣਾ, ਕਦਾ ਹੰਕਾਰ ਕਰ ਦੇਂਗਾ।
ਛੋਟੀ ਜੀ ਗੱਲ ਦਾ ਤੂੰ ਕੀ ਹੰਕਾਰ ਕਰ ਰਿਹਾ ਹੈ? ਛੋਟਾ ਜਿਹਾ ਤੇਰਾ ਜੀਵਨ ਹੈ, ਥੋੜ੍ਹੇ ਦਿਨ ਤੂੰ ਇੱਥੇ ਰਹਿਣਾ ਹੈ, ਕਾਹਦਾ ਹੰਕਾਰ ਕਰ ਰਿਹਾ ਤੂੰ? ਜੈਸੇ ਰੈਣ ਪ੍ਰਾਹੁਣੇ ਉੱਠ ਚਲਸੈਂ ਪ੍ਰਭਾਤ, ਕਿਆ ਤੂੰ ਰੱਤਾ ਗ੍ਰਿਸਤ ਸਿਉ। ਇਹਨੂੰ ਗਿਰਸਤ ਨਹੀਂ ਪੜ੍ਹ ਦੇਣਾ, ਖਿਆਲ ਰੱਖਣਾ, ਹਿੰਦੀ ਦਾ ਸ਼ਬਦ ਹੈ। ਹਿੰਦੀ ਕਹਿੰਦੇ ਨੇ ਗ੍ਰਿਸਤ, ਆਪਾਂ ਦਾ ਪਰਿਵਾਰ ਕਹਿੰਦੇ ਨਾ। ਉਂਝ ਆਪਾਂ ਵੀ ਆਮ ਤੌਰ 'ਤੇ ਗ੍ਰਿਸਥੀ ਕਹਿਣ ਲੱਗ ਪਿਆ, ਫਲਾਣਾ ਬੰਦਾ ਗ੍ਰਿਸਥੀ ਹੈ ਜੀ, ਜਿਹੜਾ ਪਰਿਵਾਰ ਵਾਲਾ ਹੈ। ਇਸ ਨੂੰ ਗਿਰਸਤ ਨਹੀਂ ਪੜ੍ਹ ਦੇਣਾ, ਗ੍ਰਿਸਤ ਪੜ੍ਹਨਾ। ਗੱਗੇ ਦੇ ਪੈਰ 'ਚ ਰਾਰਾ ਲਾ ਕੇ ਪੜ੍ਹਨਾ। ਗੱਗੇ ਨੂੰ ਸਿਆਰੀ, ਪੈਰ 'ਚ ਰਾਰਾ, ਸੱਸਾ ਤੱਤਾ। ਫਿਰ ਜਿਹੜੀ ਸਿਆਰੀ ਹੈ ਫਿਰ ਕਿਹਦੇ ਨਾਲ ਬੋਲੇਗੀ? ਜਿਹੜਾ ਪੈਰ 'ਚ ਰਾਰਾ ਹੈ ਉਹਦੇ ਨਾਲ, ਅਤੇ ਹੋ ਜਾਏਗਾ ਗ੍ਰਿਸਤ। ਕਿਆ ਤੂੰ ਰੱਤਾ ਗ੍ਰਿਸਤ ਸਿਉ, ਸਭ ਫੁੱਲਾਂ ਕੀ ਬਾਗਾਤ। ਬਾਗਾਤ ਨੇ ਬਗੀਚੀ, ਇੱਕ ਹੁੰਦਾ ਬਾਗ, ਇੱਕ ਹੁੰਦੇ ਬਗੀਚੀ। ਬਗੀਚੀ ਫੁੱਲ ਬਹੁਤੇ ਹੁੰਦੇ ਨੇ, ਬਾਗ ਦੇ ਵਿੱਚ ਤਾਂ ਫਲਦਾਰ ਦਰਖਤ ਵੀ ਹੁੰਦੇ ਨੇ। ਜੈਸੇ ਰਹਿਣ ਪ੍ਰਾਹੁਣੇ, ਜਿਵੇਂ ਰਾਤ ਨੂੰ ਪ੍ਰਾਹੁਣੇ ਆਏ, ਉੱਠ ਚਲਸੈਂ ਪ੍ਰਭਾਤ, ਸਵੇਰੇ ਨੂੰ ਉੱਠ ਕੇ ਚਲੇ ਜਾਣਾ ਜੀ। ਪ੍ਰਾਹੁਣੇ ਰਾਤ ਨੂੰ ਆਏ, ਸਵੇਰੇ ਚਲੇ ਜਾਂਦੇ ਨੇ। ਹੁਣ ਤਾਂ ਉਹ ਸਮਾਂ ਆ ਗਿਆ, ਆਏ, ਗੱਲਾਂ ਬਾਤਾਂ ਕੀਤੀਆਂ, ਰੋਟੀ ਖਾਧੀ, ਆਵਾਜਾਈ ਦੇ ਸਾਧਨ ਕੋਲ ਹੈ, ਵਾਪਸ ਘਰਾਂ ਨੂੰ ਮੁੜ ਜਾਂਦੇ। ਬਹੁਤ ਹੀ ਕੋਈ ਪਿਆਰਾ ਭੈਣ ਭਰਾ ਕੋਈ ਆ ਗਿਆ ਹੈ, ਬਹੁਤ ਨਜ਼ਦੀਕੀ, ਉਹ ਭਾਵੇਂ ਇੱਕ ਅੱਧੀ ਰਾਤ ਰਹਿ ਲਏ, ਨਹੀਂ ਤਾਂ ਕੋਈ ਦੋਸਤ ਮਿੱਤਰ ਹੋਰ ਰਿਸ਼ਤੇਦਾਰ ਕੋਈ ਨੇੜੇ ਤੇੜੇ ਆਇਆ, ਆਵਾਜਾਈ ਦੇ ਸਾਧਨ ਨੇ, ਵਾਲਾ ਮੋਟਰਸਾਈਕਲ ਜਾਂ ਕਾਰ 'ਤੇ ਆਉਂਦਾ, ਦੁਪਹਿਰ ਦੀ ਰੋਟੀ ਖਾਧੀ, ਗੱਲਾਂ ਬਾਤਾਂ ਕੀਤੀਆਂ, ਸ਼ਾਮ ਦੀ ਚਾਹ ਪੀਤੀ, ਚੰਗਾ ਜੀ, ਸਤਿ ਸ੍ਰੀ ਅਕਾਲ ਜੀ। ਹੈ ਵੀ ਠੀਕ। ਜਿੰਨੀਆਂ ਗੱਲਾਂ ਨੇ 10 ਜਾਂ 15 ਮਿੰਟ ਬੰਦਾ ਪੂਰੀਆਂ ਕਰ ਲੈਂਦਾ, ਫਿਰ ਤਾਂ ਵਾਰੀ ਵਾਰੀ ਉਹੀ ਕਹੀ ਜਾਣਾ ਹੁੰਦਾ। ਉਹਨਾਂ ਗੱਲਾਂ ਵਾਰੀ ਵਾਰੀ ਕਿਆ ਕਰੀ ਜਾਣ ਦਾ ਫਾਇਦਾ, ਆਪਣੇ ਤੁਰਦੇ ਬਣੋ। ਮੇਰੇ ਕੋਲ ਕੋਈ ਬਹੁਤੀ ਦੇਰ ਬੈਠਾ ਰਿਹਾ, ਮੈਨੂੰ ਬੜਾ ਅਜੀਬ ਲੱਗਦਾ ਵੀ ਜਿਹੜੀ ਗੱਲ ਕਰ ਲਈਆਂ, ਜਾ ਹੁਣ ਤੂੰ। ਇਸ ਲਈ ਮੈਂ ਕਿਤੇ ਜਾਣਾ, ਉੱਥੇ ਮੈਂ ਕਹਿੰਦਾ ਚੰਗਾ ਸਤਿ ਸ੍ਰੀ ਅਕਾਲ ਜੀ, ਹੋਰ ਬੈਠੋ ਜੀ। ਮੈਂ ਕਿਆ ਕਰਾਂ, ਹੋਰ ਬੈਠ ਜਿਹੜੀ ਗੱਲਾਂ ਕਰਨੀ ਕਰ ਲਈ। ਨਾ ਮੇਰਾ ਬਹੁਤਾ ਸਮਾਂ ਕਿਤੇ ਬਹਿਣ ਜੀ ਕਰਦਾ, ਨਾ ਮੈਂ ਚਾਹੁੰਦਾ ਕੋਈ ਬਹੁਤਾ ਸਮਾਂ ਮੇਰੇ ਕੋਲ ਬੈਠਾ ਰਹੇ। 15-20 ਮਿੰਟ ਬੈਠਾ, ਚਾਹ ਪਾਣੀ ਪੀਤਾ। ਚਾਹ ਪਾਣੀ ਦਾ ਮਤਲਬ ਹੈ ਬਸ ਸਤਿ ਸ੍ਰੀ ਅਕਾਲ। ਹੁਣ ਇਹ ਆਖਰੀ ਆਈਟਮ ਹੁੰਦੀ ਹੈ। ਭਰਾ ਨੇ ਮੈਨੂੰ ਸਮਝਾਉਣਾ ਕਿ ਜਦੋਂ ਤੁਸੀਂ ਪੈਲਸ 'ਚ ਐਂਟਰ ਕਰਦੇ ਹੋ ਨਾ, ਉੱਥੇ ਸੋਡੇ ਵਾਲੇ ਵੀ ਖੜ੍ਹੇ ਨੇ ਅਤੇ ਉੱਥੇ ਜਿਹੜਾ ਹੈ ਕੌਫੀ ਵਾਲੇ ਵੀ ਖੜ੍ਹੇ ਨੇ। ਪਹਿਲੇ ਨਹੀਂ ਕਿਤੇ ਕੌਫੀ ਪੀ ਲੈਣੀ, ਮਗਰ ਕੋਈ ਠੰਡੀ ਚੀਜ਼ ਖਾ ਹੀ ਨਹੀਂ ਹੋਣੀ। ਕੌਫੀ ਤਾਂ ਆਖਰੀ ਆਈਟਮ ਹੈ ਵੀ ਆਉਣ ਲੱਗੇ ਕੌਫੀ ਪੀਤੀ ਅਤੇ ਛਕਣ ਦਿੱਤਾ ਅਤੇ ਸਤਿ ਸ੍ਰੀ ਅਕਾਲ। ਪਹਿਲਾਂ ਖਾਈ ਜਾਓ, ਪਹਿਲਾਂ ਕਿਤੇ ਗੇੜਾ ਲਾਓ। ਇਹ ਨਹੀਂ ਚੌਲ ਹੀ ਖਾ ਕੇ ਕਿਤੇ ਰਾਜੋ ਅੱਗੇ ਬੜਾ ਕੁਛ ਹੋਵੇ। ਪਹਿਲਾਂ ਵੇਖੀਦਾ ਸਾਰਾ ਕੀ ਕੁਛ ਹੈ ਖਾਣ ਨੂੰ, ਤੁਹਾਡੇ ਖਾਣ ਵਾਲਾ ਉਸ 'ਚ ਕਿਹੜੀ ਕਿਹੜੀ ਚੀਜ਼ ਹੈ, ਅਤੇ ਇੱਕ ਦੋ ਚਮਚੇ ਸਾਰੇ ਚੀਲਾ ਉਂਝ ਹੀ ਨਹੀਂ ਕਿ ਭਰ ਲਓ, ਉਹ ਜਿਹੜਾ ਹੈ ਗਤਾਵਾ ਕਰ ਲਓ ਉਹਦਾ, ਪਲੇਟ ਭਰ ਲਓ। ਨਹੀਂ ਕਿ ਥੋੜ੍ਹਾ ਇੱਕ ਦੋ ਚਮਚੇ ਪਾਉਂਦੇ ਵੀ ਕਿੰਨੇ ਹੀ ਹੋ ਜਾਂਦੇ ਨੇ, ਥੋੜ੍ਹਾ ਜਿਹਾ ਪਾਓ, ਫਿਰ ਉਹ ਖਾ ਲਓ। ਉੱਥੇ ਕਿਹੜਾ ਕੋਈ ਰੋਕਦਾ? ਫਿਰ ਕਸਰ ਰਹਿ ਗਈ ਹੈ, ਫਿਰ ਕਰ ਲਓ। ਜਿਵੇਂ ਆਇਆ ਕਰਦੇ ਉਹਨਾਂ ਸਾਰੇ ਸ਼ਹਿਰ 'ਚ ਪੈਦਲ ਜਾਣਾ, ਰਿਕਸ਼ਾ ਨਹੀਂ ਸੀ ਲੈਂਦੇ। ਆਉਂਦਿਆਂ ਹੋਇਆਂ ਦੁੱਖ ਨਾਰ ਕੇ ਰੁਕਣਾ, 5 ਰੁਪਏ ਦੇਖ ਲੈਣੀ, ਭਲੇ ਜ਼ਮਾਨੇ ਸਨ। ਖਾ ਲਈ, ਜੇ ਤੱਕ ਰੱਜ ਵੈਲ ਐਂਡ ਗੁੱਡ, ਨਹੀਂ ਰੱਜੇ 5 ਰੁਪਏ ਦੀ ਹੋਰ ਲੈਣੀ। ਉੱਥੇ ਖਾ ਕੇ ਆਪਣੇ ਘਰ ਨੂੰ ਤੁਰ ਆਉਣਾ। ਕਹਿੰਦੇ ਜ਼ਰੂਰੀ ਬਾਜ਼ਾਰ ਦਾ ਗੰਦ ਬੰਦ ਖਾਣਾ, ਉਹੀ ਸਮੋਸੇ ਜੇ ਖਾ ਜਾ ਖਾਓ। ਕਹਿੰਦੇ ਕੋਲ ਬਾਣੀ ਪੜ੍ਹਦਿਆਂ ਦੇਗ ਬਣਾਈ, ਦੇਸੀ ਘਿਓ ਦੀ ਦੇਗ ਬਣਾਈ, ਐਨ ਸਾਫ ਸੁਥਰੀ, ਸੁੱਚੀ ਖਾਓ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਇਹ ਪ੍ਰਾਹੁਣੇ ਨੇ ਰਾਤੀ ਆਏ, ਸਵੇਰੇ ਉੱਠ ਕੇ ਚਲੇ ਜਾਣਾ। ਕਿਤੇ ਮੇਰੀ ਨਾ ਨਕਲ ਕਰ ਲਿਆ, ਆਪਣੇ ਸੁਭਾਅ ਹੁੰਦੇ ਨੇ। ਕਿਤੇ ਤੁਹਾਡਾ ਰਹਿਣ ਨੂੰ ਜੀਅ ਕਰੇ ਅਤੇ ਉਂਝ ਕਹੋ ਕਿਤੇ ਮੈਂ ਯਾਦ ਆ ਜਾ, ਅੱਛਾ ਜੀ ਮੈਨੂੰ ਜਾਣ ਦਿਓ ਜੀ ਹੁਣ। ਉਹ ਕਹੇ ਚੰਗਾ ਜੀ, ਆਓ ਤੁਹਾਨੂੰ ਫਿਰ ਬਾਹਰ ਕੱਢ ਆਈਏ। ਫਿਰ ਤੁਸੀਂ ਕਹੋਗੇ ਉਹ ਗਲਤੀ ਹੋ ਗਈ, ਮੈਂ ਤਾਂ ਜੇ ਰਹਿਣਾ ਸੀ। ਰਹਿਣ ਨੂੰ ਜੀਅ ਕਰਦਾ, ਬੜੀ ਖੁਸ਼ੀ ਨਾਲ ਰੱਖੋ। ਆਪਾਂ ਜਿਹਨੂੰ ਮਿਲਣ ਗਏ ਆਪਣਾ ਸਮਝ ਕੇ ਗਏ ਹਾਂ।
ਬਗਾਨੇ ਕੋਲ ਆਪਾਂ ਮਿਲਣ ਨਹੀਂ ਜਾਂਦੇ, ਕੰਮ ਜਾਂਦੇ ਹਾਂ। 4 ਤੋਂ 5 ਜਿਹੜੇ ਆਉਂਦੇ ਨੇ ਉਹ ਮੈਨੂੰ ਮਿਲਣ ਨਹੀਂ ਆਉਂਦੇ, ਉਹ ਕੰਮ ਆਉਂਦੇ ਨੇ। ਜਿਹੜਾ ਅੱਗੇ ਪਿੱਛੇ ਆਉਂਦਾ ਉਹ ਕਈ ਵਾਰੀ ਮਿਲਣ ਆਉਂਦਾ ਹੈ। ਮਿਲਣ ਆਉਣਾ ਹੋਰ ਗੱਲ ਹੈ। ਮਿਲਣ ਚੱਲਿਓ, ਰਹਿ ਲਓ, ਤੁਹਾਡਾ ਜੀ ਕਦੇ ਇੱਕ ਦਿਨ ਰਹਿ ਲਓ, 2 ਦਿਨ ਰਹਿ ਲਓ, ਰੱਖਣ ਨਾ ਰੱਖਦਾ। ਜੇ ਕੰਮ ਗਏ ਹੋ ਤਾਂ ਠੀਕ ਹੈ, ਆਪਣੇ ਕੰਮ ਦੀ ਗੱਲ ਕਰੋ, ਸਤਿ ਸ੍ਰੀ ਅਕਾਲ ਜੀ, ਵਾਪਸ ਆ ਜਾਓ ਜੀ। ਹਾਂਜੀ ਠੀਕ ਹੈ ਨਾ। ਹੁਣ ਤੁਸੀਂ ਅਰਦਾਸ ਕਰਾਉਣਾ ਮੇਰੇ ਕੋਲ, ਕੰਮ ਆਇਓ ਨਾ, ਅਤੇ ਜੇ ਤੁਸੀਂ ਉੱਥੇ ਮੇਰੇ ਕੋਲ ਬੈਠੇ ਰਹੋ ਤਾਂ ਦੂਜਿਆਂ ਦੀ ਵਾਰੀ ਨਹੀਂ ਆਉਣੀ। ਅਤੇ ਜੇ ਤੁਸੀਂ ਨਾ ਜਾਓ, ਮੈਂ ਕਿਹਾ ਚੰਗਾ ਜੀ, ਸਤਿ ਸ੍ਰੀ ਅਕਾਲ ਜੀ, ਬਾਹਰ ਉਡੀਕ ਕਰਨ, ਹੋਰ ਮੈਂ ਉਹਨਾਂ ਨੂੰ ਵੀ ਅਟੈਂਡ ਕਰਨਾ, ਜਾਓ ਜੀ। ਸੋ ਮੈਂ ਤਾਂ ਐਗਜ਼ਾਮਪਲ ਦਿੱਤੀ। ਇਹ ਬੰਦਾ ਜੋ ਗੱਲਾਂ ਕਰੇ 10-15 ਮਿੰਟਾਂ ਸਾਰੀਆਂ ਕਰ ਲੈਂਦਾ, ਮੇਰਾ ਭਾਵ ਆ, ਹੋਰ ਕੋਈ ਗੱਲ ਨਹੀਂ। ਹੋਰ ਤੁਹਾਨੂੰ ਕੱਢਣ ਕਢਾਉਣ ਤੋਂ ਕੋਈ ਮੇਰਾ ਭਾਵ ਨਹੀਂ ਹੈਗਾ। ਸੋ ਤਾਂ ਕਹਿੰਦੇ ਜੈਸੇ ਰਹਿਣ ਪ੍ਰਾਹੁਣੇ ਉੱਠ ਚੱਲ ਸੈਂ ਪ੍ਰਭਾਤ। ਜਿਵੇਂ ਰਾਤ ਨੂੰ ਪ੍ਰਾਹੁਣੇ ਆਏ ਅਤੇ ਸਵੇਰੇ ਉੱਠ ਕੇ ਚਲੇ ਗਏ। ਕਿਆ ਤੂੰ ਰੱਤਾ ਗ੍ਰਿਸਤ ਸਿਉ ਸਭ ਫੁੱਲਾਂ ਕੀ ਬਾਗਾਤ। ਜਿਵੇਂ ਫੁੱਲਾਂ ਦੀ ਬਗੀਚੀ ਹੁੰਦੀ ਹੈ, ਸਵੇਰੇ ਫੁੱਲ ਖਿੜਦੇ ਨੇ, ਸ਼ਾਮ ਨੂੰ ਮੁਰਝਾ ਜਾਂਦੇ ਨੇ। ਐਂ ਹੀ ਇਹ ਤੇਰਾ ਗ੍ਰਿਸਤ ਹੈ, ਤੂੰ ਇਸ ਗ੍ਰਿਸਤ ਦੇ ਵਿੱਚ ਹੀ ਫਸਿਆ ਹੋਇਆ ਹੈ। ਇਹਨਾਂ ਵੀ ਸਦਾ ਨਹੀਂ ਰਹਿਣਾ। ਜਿਵੇਂ ਫੁੱਲਾਂ ਨੇ ਸਦਾ ਨਹੀਂ ਨਾ ਰਹਿਣਾ, ਇਹਨਾਂ ਵੀ ਸਦਾ ਨਹੀਂ ਰਹਿਣਾ। ਜਿਵੇਂ ਪ੍ਰਾਹੁਣਿਆਂ ਨੇ ਸਦਾ ਤੁਹਾਡੇ ਘਰ ਟਿਕੇ ਨਹੀਂ ਰਹਿਣਾ, ਇਹ ਰਿਸ਼ਤੇਦਾਰਾਂ ਨੇ ਵੀ ਸਦਾ ਨਹੀਂ ਰਹਿਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ, ਇੱਕ ਬੇਨਤੀ ਹੈ ਜੀ, ਕੱਲ੍ਹ ਨੂੰ ਅਖੰਡ ਪਾਠ ਸ਼ੁਰੂ ਹੋ ਰਹੇ ਨੇ ਜੀ। ਆਪਾਂ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ। ਅੱਗੇ ਫਿਰ 7 ਮਾਰਚ ਨੂੰ ਫਿਰ ਆਪਾਂ 7ਵੇਂ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾਵਾਂਗੇ। ਕੱਲ੍ਹ ਨੂੰ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ। ਅਖੰਡ ਪਾਠ ਸ਼ੁਰੂ ਹੋਣੇ ਨੇ। ਹੁਣ 2 ਦਿਨ ਕਥਾ ਨਹੀਂ ਹੋਣੀ, ਸ਼ੁੱਕਰਵਾਰ ਸ਼ਨੀਵਾਰ ਕਥਾ ਨਹੀਂ ਹੋਏਗੀ। ਸੋ ਜਿਨ੍ਹਾਂ ਦੀਆਂ ਡਿਊਟੀਆਂ ਹੈਗੀਆਂ ਉਹਨਾਂ ਨੇ ਆਪਣੇ ਆਪਣੇ ਡਿਊਟੀਆਂ ਦੇ ਵੇਲੇ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਜੀ।